ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਰਹ ਮਾਹਾ ਮਾਝ ਮਹੱਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦੈ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦੈ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਲ ਦੀਨਾ ਬੰਧੋ ਕਰਨਾ ਨਿਦਾਨ ਜੋਤੀ ਸਰੂਪ। ਸ੍ਰੀ ਅਕਾਲ ਪੁਰਖ ਵਾਹਿਗੁਰੂ ਦੀ ਮਿਹਰਾਮਤ ਹੈ, ਅਪਾਰ ਬਖਸ਼ਿਸ਼ ਹੈ, ਕਿਰਪਾ ਹੈ, ਜਿਸ ਦਾ ਸਦਕਾ ਸਤਿਗੁਰੂ ਦੇ ਦਰਬਾਰ ਗੁਰੂ ਕੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਅੱਜ ਦੇ ਸ਼ੁਭ ਦਿਹਾੜੇ ਪਵਿੱਤਰ ਦਿਹਾੜਾ ਵਿਸਾਖੀ ਦਾ ਪੁਰਬ, ਖਾਲਸੇ ਦਾ ਸਿਰਜਣਾ ਦਿਵਸ ਅਤੇ ਖਾਲਸਾ ਸੰਮਤ ਦੇ ਨਵਾਂ ਸਾਲ ਆਰੰਭ ਦੇ ਸੰਬੰਧ ਵਿੱਚ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਆਓ ਅੱਜ ਦੇ ਦਿਨ ਦੇ ਸੰਬੰਧ ਵਿੱਚ ਆਪਾਂ ਗੁਰੂ ਚਰਨਾਂ ਨਾਲ ਜੁੜ ਕੇ ਗੁਰੂ ਆਦੇਸ਼ ਦੀ, ਗੁਰੂ ਉਪਦੇਸ਼ ਦੀ ਵਿਚਾਰ ਸ਼ਰਵਣ ਕਰੀਏ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸ਼ਬਦ ਕਿਹਾ ਸੀ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਮਾਰਗ ਪੰਥ ਨੂੰ ਕਹਿੰਦੇ ਆ। ਪੰਥ ਵੀ ਇੱਕ ਮਾਰਗ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਇਤ ਮਾਰਗੇ, ਸਾਡੇ ਵਾਲੇ ਪੰਥ ਵਿੱਚ, ਗੁਰਸਿੱਖੀ ਵਾਲੇ ਪੰਥ ਵਿੱਚ ਜੇ ਪੈਰ ਧਰਨਾ ਤਾਂ ਸਿਰ ਦੀਜੈ ਕਾਣ ਨਾ ਕੀਜੈ। ਸਿਰ ਦੇਣ ਲੱਗਿਆਂ ਕਾਣ ਨਹੀਂ ਕਰਨੀ, ਕਨੌੜ ਨਹੀਂ ਕਰਨੀ। ਜੇ ਇਹ ਪ੍ਰੇਮ ਹੈ ਇਸ ਖੇਡ ਦੇ ਖੇਡਣ ਦਾ, ਤਾਂ ਫਿਰ ਇਸ ਸਿਰ ਨੂੰ ਤਲੀ ਤੇ ਰੱਖ ਕੇ ਆਓ। ਭਾਵ ਗੁਰੂ ਨੂੰ ਸਿਰ ਦਿੰਦਿਆਂ ਦੇਰ ਨਾ ਲੱਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਕਹੇ ਸਨ। ਗੁਰੂ ਕੇ ਸਿੱਖਾਂ ਨੇ ਗੁਰੂ ਦੇ ਆਦੇਸ਼ ਨੂੰ ਪ੍ਰਵਾਨ ਕੀਤਾ। ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਨੂੰ ਇਹ ਸਿਰ ਵੱਢਣ ਦੀ ਕੀ ਲੋੜ ਪੈ ਗਈ? ਗੁਰਸਿੱਖੀ ਦੇ ਪੰਥ ਤੇ ਗੁਰੂ ਨਾਨਕ ਨੇ ਆਰੰਭ ਦਿੱਤਾ ਸੀ। ਇਹਦਾ ਕੀ ਕਾਰਨ ਹੈ? ਖਾਲਸੇ ਦੀ ਸਿਰਜਣਾ ਦਾ ਕੀ ਕਾਰਨ ਹੋਇਆ? ਆਮ ਕਰਕੇ ਢਾਡੀ ਸਿੰਘ ਤੇ ਕਹਿੰਦੇ ਨੇ ਕਿ ਜਿਸ ਵੇਲੇ ਭਾਈ ਜੈਤਾ ਨੌਵੇਂ ਪਾਤਸ਼ਾਹ ਦਾ ਸ਼ੀਸ਼ ਲੈ ਕੇ ਆਇਆ, ਕਲਗੀਧਰ ਪਾਤਸ਼ਾਹ ਜੀ ਨੇ ਉਸ ਤੋਂ ਪੁੱਛਿਆ ਵੀ ਦਿੱਲੀ 'ਚ ਕਿੰਨੇ ਕੁ ਸਿੱਖ ਸੀ। ਉਹਨੇ ਦੱਸਿਆ
ਦੀ ਆਹ ਹਾਲਤ ਸੀ, ਪਰ ਤਪਲਾ ਹੈ। ਭਾਈ ਜੈਤੇ ਨੂੰ ਤੇ ਗੁਰੂ ਕਾ ਹੁਕਮ ਸੀ, ਭਾਈ ਨੇੜੇ ਤੇੜੇ ਰਹਿਣਾ, ਸਾਡਾ ਸੀਸ ਤੇਰੀ ਝੋਲੀ ਵਿੱਚ ਆਏਗਾ, ਤੂੰ ਫਿਰ ਹਾਰ ਹੁਜਤ ਨਹੀਂ ਕਰਨੀ, ਤੈਨੂੰ ਕੋਈ ਰੋਕ ਨਹੀਂ ਸਕੇਗਾ, ਤੂੰ ਸਾਡਾ ਸੀਸ ਆਨੰਦਪੁਰ ਸਾਹਿਬ ਲੈ ਜਾਣਾ। ਹੁਣ ਭਾਈ ਜੈਤਾ ਗੁਰੂ ਕਾ ਸੀਸ ਲੈ ਕੇ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਉਹਨੇ ਤੇ ਦਿੱਲੀ ਦੇ ਹਾਲ ਨੂੰ ਦੇਖਿਆ ਹੀ ਨਹੀਂ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਿਵੇਂ ਪਤਾ ਲੱਗੇ? ਜਿਸ ਵੇਲੇ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਨੂੰ ਜਿਹੜੀ ਗੁਰਤਾ ਗੱਦੀ ਦੀ ਰਸਮ ਸੀ, ਭਾਈ ਰਾਮ ਕੋਇਰ ਜੀ ਨੇ ਕੀਤੀ ਸੀ, ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਜੀ ਨਾਮ ਹੋਇਆ। ਪਰ ਆਮ ਕਰਕੇ ਪਹਿਲਾ ਨਾਮ ਹੀ ਉਹਨਾਂ ਦਾ ਪ੍ਰਚਲਿਤ ਰਿਹਾ। ਉਹਨਾਂ ਨੇ ਜੋ ਇਸ ਦੇ ਸੰਬੰਧ ਵਿੱਚ ਦੱਸਿਆ ਮਹਿਮਾ ਪ੍ਰਕਾਸ਼ ਵਿੱਚ, ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਦਾ ਦੀਵਾਨ ਸਜਿਆ। ਕੁਝ ਸੰਗਤਾਂ ਦਿੱਲੀ ਤੋਂ ਪਹੁੰਚੀਆਂ ਹਨ। ਗੁਰਸਿੱਖਾਂ ਨੇ ਖਬਰ ਸੁਣ ਕੇ ਦੱਸਿਆ, ਮਹਾਰਾਜ ਦਿੱਲੀ ਤੋਂ ਸੰਗਤ ਆਈ ਹੈ। ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਦੂਰੋਂ ਆਏ ਨੇ, ਉਹਨਾਂ ਨੂੰ ਵਿਸ਼ਰਾਮ ਦਿਓ, ਆਰਾਮ ਕਰਨ। ਕੱਲ ਨੂੰ ਸਵੇਰ ਦੇ ਦੀਵਾਨ ਵਿੱਚ ਉਹਨਾਂ ਨੂੰ ਬੁਲਾ ਲਿਆ ਜਾਏਗਾ। ਇਸੇ ਤਰ੍ਹਾਂ ਹੋਇਆ। ਸੰਗਤਾਂ ਨੂੰ ਵਿਸ਼ਰਾਮ ਦਿੱਤਾ ਹੈ, ਆਰਾਮ ਕੀਤਾ ਹੈ। ਸਵੇਰ ਦਾ ਦੀਵਾਨ ਸਜੇ। ਸਤਿਗੁਰੂ ਜੀ ਨੇ ਆਗਿਆ ਕੀਤੀ ਹੈ, ਭਾਈ ਦਿੱਲੀ ਵਾਲਿਆਂ ਨੂੰ ਬੁਲਾ ਲਓ। ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਸਮੂਹ ਦਿੱਲੀ ਵਾਲੀ ਸੰਗਤ ਤੇ ਹੋਰ ਸੰਗਤ ਬੈਠੇ ਹਨ। ਆ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਿੱਲੀ ਵਾਲਿਆਂ ਤੋਂ ਪੁੱਛਿਆ, ਹਾਂ ਭਾਈ ਤੁਸੀਂ ਕਿੱਥੋਂ ਆਏ ਹੋ? ਕਹਿਣ ਲੱਗੇ, ਮਹਾਰਾਜ ਅਸੀਂ ਦਿੱਲੀ ਤੋਂ ਆਏ ਹਾਂ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਉਸ ਦਿੱਲੀ ਤੋਂ ਜਿੱਥੇ ਸਾਡੇ ਪਿਤਾ ਜੀ ਨੇ ਤਿਲਕ ਜੰਝੂ ਦੀ ਖਾਤਰ ਆਪਣਾ ਸ਼ੀਸ਼ ਬਲੀਦਾਨ ਦਿੱਤਾ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਸਾਧਨ ਹਿਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਧਰਮ ਹਿਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਇਹ ਦਸ਼ਮੇਸ਼ ਪਿਤਾ ਮਹਾਰਾਜ ਜੀ ਦੇ ਉਚਾਰਨ ਕੀਤੇ ਪਾਵਨ ਬੋਲ ਹਨ, ਪਾਵਨ ਗੁਰਬਾਣੀ ਹੈ। ਇਸੇ ਕਰਕੇ ਹੀ ਉਹ ਲੋਕ ਸਾਰਾ ਜ਼ੋਰ ਲੱਗ ਰਿਹਾ ਹੈ ਸਰਕਾਰੀ ਤੌਰ ਤੇ ਕਿ 10ਮ ਗ੍ਰੰਥ ਨੂੰ ਗੁਰੂ ਕੀ ਬਾਣੀ ਨਾ ਮੰਨਿਆ ਜਾਵੇ, ਕਿਉਂਕਿ ਇਸ ਦੇ ਵਿੱਚ ਹੀ ਤੇ 9ਵੇਂ ਪਾਤਸ਼ਾਹ ਮਹਾਰਾਜ ਜੀ ਨੇ ਜੋ ਧਰਮ ਹਿਤ ਸਾਕਾ ਕੀ ਹੈ, ਇਹ ਉਗਾਹੀ ਦਿੱਤੀ ਹੈ ਦਸ਼ਮੇਸ਼ ਜੀ ਦੀ ਬਾਣੀ ਨੇ। ਤੇ ਉਹਨਾਂ ਲੋਕਾਂ ਨੇ ਤੇ ਪੁਸਤਕਾਂ ਵੀ ਛਾਪ ਦਿੱਤੀਆਂ ਵੀ 9ਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਤੇ ਉਹਨਾਂ ਦਾ ਪਰਿਵਾਰਕ ਮਸਲਾ ਜੀ। ਇਸ ਗੱਲ ਨੂੰ ਝਠਲਾਉਣ ਵਾਸਤੇ 10ਮ ਗ੍ਰੰਥ ਨੂੰ ਹੀ ਝੂਠਾ ਕਰ ਦਿਓ। ਕਲਗੀਧਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਤੇ ਬਿਨਾਂ ਕਦੇ ਵੀ ਸਿੱਖ ਰਾਜ ਕਾਇਮ ਨਾ ਹੋਇਆ ਨਾ ਹੋਵੇਗਾ।
ਇਸ ਕਰਕੇ ਹੀ ਇਹ ਕੁਝ ਹੋ ਰਿਹਾ। ਰਹੋ ਵਿਚਾਰ। ਜਦੋਂ ਦਸ਼ਮੇਸ਼ ਪਿਤਾ ਜੀ ਨੇ ਪੁੱਛਿਆ ਕਿ ਭਾਈ ਤੁਸੀਂ ਉਸ ਦਿੱਲੀ ਤੋਂ ਆਏ ਹੋ? ਸਭ ਸੰਗਤ ਔਰ ਹੱਥ ਜੋੜ ਕੇ ਖੜੋ ਗਈ, ਆਖਦੇ ਨੇ ਹਾਂ ਮਹਾਰਾਜ, ਉਸੇ ਦਿੱਲੀ ਤੋਂ ਆਏ ਹਾਂ। ਸਤਿਗੁਰੂ ਜੀ ਕਹਿੰਦੇ ਫਿਰ ਦੱਸੋ ਕਿ ਜਿਸ ਵੇਲੇ ਸਾਡੇ ਪਿਤਾ ਜੀ ਨੇ ਸੀਸ ਦਾ ਬਲੀਦਾਨ ਦਿੱਤਾ, ਉਸ ਵੇਲੇ ਦਿੱਲੀ ਦਾ ਕੀ ਹਾਲ ਸੀ? ਉੱਥੇ ਕੋਈ ਸਿੱਖ ਵੀ ਵੱਸਦੇ ਸਨ? ਤਾਂ ਉਹਨਾਂ ਆਖਿਆ ਹਾਂ ਮਹਾਰਾਜ, ਸੈਂਕੜੇ ਦੇਹਲੀਆਂ, ਹਜ਼ਾਰਾਂ ਦੇਹਲੀਆਂ ਸਿੱਖਾਂ ਦੀਆਂ ਨੇ ਦਿੱਲੀ ਦੇ ਵਿੱਚ। ਮਹਾਰਾਜ ਕਹਿੰਦੇ ਫਿਰ ਉਹਨਾਂ ਦਾ ਕੀ ਪ੍ਰਤੀਕਰਮ ਸੀ? ਉਹ ਕਹਿਣ ਲੱਗੇ ਮਹਾਰਾਜ ਪ੍ਰਤੀਕਰਮ ਕੀ ਹੋਣਾ ਸੀ? ਸਭ ਕੋਲ ਘਰਾਂ ਵਿੱਚ ਛੁਪ ਛੁਪ ਕਰਕੇ ਹਾਹਾਕਾਰ ਕਰ ਰਹੇ ਸਨ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਵੀ ਆਪਣੀ ਰਚਨਾ 'ਚ ਲਿਖੇ ਇਸ ਸੰਬੰਧ ਵਿੱਚ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ, ਹੈ ਸਭ ਜਗ ਭਇਓ ਜੈ 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 ਸੁਰਲੋਕ। ਸਭ ਜਗਤ ਵਿੱਚ ਜੈ ਜੈਕਾਰ ਹੋਈ, ਸੁਦੇਵ ਲੋਕ ਵਿੱਚ ਜੈ ਜੈਕਾਰ ਹੋਈ, ਪਰ ਹੈ ਸਭ ਜਗ ਭਇਓ ਹਾਹਾਕਾਰ ਸਾਰੇ ਜਗਤ ਵਿੱਚ ਹੋ ਗਈ, ਮਚ ਗਈ। ਅੰਧਾ ਧੁੰਦ ਹਨੇਰੀਆਂ ਚਲੀਆਂ, ਕਿੰਕਰ ਡਿਕਰੀਆਂ ਖਿੱਚਦੀ ਹੋਈ ਐਸੀ ਭਿਆਨਕ ਹਨੇਰੀ ਚੱਲੀ। ਉਹ ਸਾਰਾ ਹਾਲਾਤ ਜਦੋਂ ਦਿੱਲੀ ਵਾਲੀਆਂ ਸੰਗਤਾਂ ਨੇ ਦੱਸਿਆ, ਇਹ ਸਭ ਕੋਈ ਘਰਾਂ ਵਿੱਚ ਛੁਪ ਛੁਪ ਕੇ ਹਾਹਾਕਾਰ ਕਰ ਰਹੇ ਸਨ। ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਫਿਰ ਕਹਿੰਦੇ ਮਹਾਰਾਜ, ਇੱਕ ਲੱਖੀ ਸ਼ਾਹ ਵਣਜਾਰੇ ਨੇ ਜਦੋਂ ਆਵਾਜ਼ ਸੁਣੀ, ਸ਼ਹਿਰ ਦੇ ਵਿੱਚ ਢੰਡੋਰਾ ਦੇ ਦਿੱਤਾ ਗਿਆ, ਸਾਰੀ ਨਗਰੀ ਦੇ ਅੰਦਰ ਕੋਈ ਸਿੱਖ ਹੈ ਤਾਂ ਆਪਣੇ ਗੁਰੂ ਦੇ ਧੜ ਦਾ ਸੰਸਕਾਰ ਕਰ ਲਵੇ। ਸਤਿਗੁਰੂ ਜੀ ਕਹਿੰਦੇ ਫਿਰ ਕੀ ਸੀ ਮਹਾਰਾਜ? ਕੋਈ ਨਿਕਲਿਆ ਨਹੀਂ ਬਾਹਰ ਕਿ ਮੈਂ ਆਪਣੇ ਗੁਰੂ ਦੇ ਸਰੀਰ ਦਾ ਸੰਸਕਾਰ ਕਰਾਂਗਾ। ਕੋਈ ਨਹੀਂ ਨਿਕਲਿਆ, ਸਭ ਕੋਈ ਛੁਪ ਗਏ। ਇੱਕ ਲੱਖੀ ਸ਼ਾਹ ਵਣਜਾਰੇ ਨੇ ਤੇ ਉਸ ਨੇ ਸੋਚਿਆ ਕਿ ਮੌਕਾ ਹੈ ਗੁਰੂ ਦੀਆਂ ਖੁਸ਼ੀਆਂ ਲੈਣ ਦਾ। ਉਹ ਵਪਾਰੀ ਆਦਮੀ ਸੀ, 500 ਵੜਦਾਂ ਦਾ ਖੰਦਾ ਸੀ ਉਹਦੇ ਕੋਲ, ਤੇ ਕਿਰਾਏ ਢੋਣ ਦਾ ਕੰਮ ਕਰਦਾ ਸੀ। ਉਸ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਧੜ ਨੂੰ ਲਿਜਾ ਕੇ ਆਪਣੇ ਘਰ ਦੇ ਵਿੱਚ ਸੰਸਕਾਰ ਕੀਤਾ ਤੇ ਬਾਅਦ ਵਿੱਚ ਰੌਲਾ ਪਾਇਆ, ਲੋਕੋ ਮੇਰਾ ਘਰ ਸੜ ਗਿਆ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਉਸ ਲੱਖੀ ਸਾਹਿਬ ਵਣਜਾਰੇ ਨੇ ਮਹਾਰਾਜ ਗੁਰੂ ਕੇ ਧੜ ਦਾ ਸੰਸਕਾਰ ਕੀਤਾ। ਬੜੇ ਸਤਿਕਾਰ ਤੇ ਅਦਬ ਦੇ ਸਹਿਤ ਆਪਣਾ ਘਰ ਵੀ ਛੱਡ ਦਿੱਤਾ। ਗੁਰੂ ਪਾਤਸ਼ਾਹ ਮਹਾਰਾਜ ਇਹ ਗੱਲ ਸੁਣ ਕੇ ਵੀਰ ਰਸ ਵਿੱਚ ਆਏ, ਬੱਦਲ ਵਾਂਗ ਗਰਜਵੀਂ ਆਵਾਜ਼ ਦੇ ਨਾਲ ਆਖਿਆ, ਠੀਕ ਹੈ, ਲੋਕ ਛੁਪ ਛੁਪ ਬੈਠਦੇ ਨੇ, ਮੈਂ ਐਸਾ ਇੱਕ ਸਿੱਖ ਪੈਦਾ ਕਰਾਂਗਾ, ਮੈਂ ਐਸਾ ਪੰਥ ਸਿਰਜਾਂਗਾ ਤੇ ਜੋ ਲੱਖਾਂ ਵਿੱਚ ਖੜੋਤਾ ਵੀ ਛੁਪੇਗਾ ਨਹੀਂ। ਲੱਖਾਂ ਵਿੱਚ ਖੜੋਤਾ ਦਿਸੇਗਾ ਕਿ ਉਹ ਖਾਲਸਾ ਖੜੋਤਾ ਹੈ, ਗੁਰੂ ਦਾ ਸਿੱਖ ਖੜੋਤਾ ਹੈ। ਐਸੀ ਪਛਾਣ ਆਪਣੇ ਸਿੱਖਾਂ ਨੂੰ ਦੇਵਾਂਗਾ। ਕਲਗੀਧਰ ਪਾਤਸ਼ਾਹ ਜੀ ਦੇ ਖਾਲਸੇ ਦੀ ਸਿਰਜਣਾ ਦਾ ਇਹ ਕਾਰਨ ਸੀ ਤੇ ਲੋਕ ਕਾਇਰ ਹੋ ਚੁੱਕੇ ਸਨ। ਕਾਇਰ ਲੋਕ ਜਿਹੜੇ ਹੁੰਦੇ ਨੇ ਉਹ ਮਰਨ ਤੋਂ ਡਰਦੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਿਰਜਣਾ ਕਰਕੇ ਮੌਤ ਦਾ ਖੌਫ ਚੱਕ ਦਿੱਤਾ ਸਿੱਖਾਂ ਦੇ ਵਿੱਚੋਂ।
ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਦ੍ਰਿਸ਼ਟੀ ਹੋਇਆ ਕਰਦੀ ਹੈ, ਜਦੋਂ ਗੁਰੂ ਨੇ ਕੋਈ ਨਵਾਂ ਕੌਤਕ ਕਰਨਾ ਹੈ, ਐਸਾ ਹੀ ਹੋਇਆ ਕਰਦਾ ਹੈ। ਗੁਰੂ ਅੰਗਦ ਪਾਤਸ਼ਾਹ ਬਾਬਾ ਲਹਿਣਾ ਵੀ ਚੰਗੇ ਘਰੋਂ ਸਨ, ਰੇਸ਼ਮੀ ਵਸਤਰ ਪਹਿਨੇ ਸਨ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸ ਆਏ ਤੇ ਘਰ ਆ ਕੇ ਪੁੱਛਿਆ, ਸਤਿਗੁਰੂ ਜੀ ਤੇ ਮਾਤਾ ਸੁਲੱਖਣੀ ਨੇ ਆਖਿਆ ਉਹ ਤੇ ਖੇਤ ਗਏ ਨੇ, ਝੋਨੇ ਵਿੱਚੋਂ ਗੰਦ ਕਢਾ ਰਹੇ ਹਨ, ਕੱਖ ਕਢਾ ਰਹੇ ਨੇ। ਬਾਬਾ ਲਹਿਣਾ ਜੀ ਉੱਥੇ ਹੀ ਪਹੁੰਚ ਗਏ, ਜਾ ਨਮਸਕਾਰ ਕੀਤੀ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਭਾਈ ਸੇਵਾ ਕਰੋ। ਸੇਵਾ ਵਿੱਚ ਜੁਟੇ ਤੇ ਨਹੀਂ ਸੀ ਏਡਾ ਬਹੁਤਾ, ਤੇ ਸਤਿਗੁਰੂ ਕਹਿੰਦੇ ਤੂੰ ਇਹ ਕੰਮ ਕਰ, ਆ ਜਿਤਨੇ ਕੱਖ ਨਿਕਲੇ ਨੇ ਡੰਗਰਾਂ ਦੇ ਕੰਮ ਆਉਣਗੇ, ਤੇ ਇਹ ਸਾਰੇ ਬੰਨ ਕੇ ਪੰਡ ਘਰ ਲੈ ਚੱਲ, ਸਿਰ ਤੇ ਝੁਕ ਕੇ। ਕਹਿੰਦੇ ਜੀ ਸਤ ਬਚਨ ਨਹੀਂ ਵੇਖਿਆ, ਮੇਰੇ ਵਸਤਰ ਕੈਸੇ ਨੇ, ਮੈਲੇ ਹੋ ਜਾਣਗੇ, ਮੈਂ ਕੀ ਕਰਾਂਗਾ ਨਾ। ਗੁਰੂ ਕੀ ਆਗਿਆ, ਗੁਰੂ ਕਾ ਹੁਕਮ ਮੰਨੇ, ਸਤ ਬਚਨ ਜੀ। ਉਹ ਸਾਰੇ ਕੱਖ ਝੋਨੇ ਚੋਂ ਕੱਢੇ ਹੋਏ ਗਾਰੇ ਨਾਲ ਨੁਚੜਦੇ ਪੰਡ ਬੰਨੀ ਹੈ, ਸੀਸ ਤੇ ਚੁੱਕੀ ਹੈ, ਘਰ ਲਿਜਾ ਕੇ ਕੱਖ ਸੁੱਟੇ ਹਨ। ਮਾਤਾ ਸੁਲੱਖਣੀ ਨੂੰ ਵੇਖ ਕੇ ਤਰਸ ਆਇਆ। ਜਦ ਸਤਿਗੁਰੂ ਜੀ ਵਾਪਸ ਆਏ ਤੇ ਆਖਿਆ, ਤੁਸੀਂ ਵੀ ਡਾਢੇ ਹੋ, ਕਿਸੇ ਚੰਗੇ ਪੁਰਸ਼ ਨੂੰ ਵੀ ਵੇਖ ਲਿਆ ਕਰੋ। ਉਹ ਚੰਗੇ ਘਰਾਣੇ ਦਾ ਪੁਰਸ਼ ਆਇਆ, ਰੇਸ਼ਮੀ ਵਸਤਰ ਪਹਿਨੇ ਸਨ, ਤੁਸੀਂ ਗਾਰੇ ਦੀ ਪੰਡ ਉਹਦੇ ਸਿਰ ਤੇ ਰੱਖ ਦਿੱਤੀ, ਸਾਰੇ ਕੱਪੜੇ ਉਸ ਦੇ ਗਾਰੇ ਨਾਲ ਭਰ ਗਏ, ਕੁਝ ਵੀ ਨਹੀਂ ਦੇਖਿਆ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਿਹੜਾ ਗਾਰਾ? ਕਹਿੰਦੇ ਵੇਖੋ ਸਾਰੇ ਕੱਪੜੇ ਲਿਬੜ ਗਏ ਨੇ। ਗੁਰੂ ਨਾਨਕ ਕਹਿੰਦੇ ਭਲੀਏ ਤੈਨੂੰ ਗਾਰਾ ਦੀਦਾ, ਨੇੜੇ ਹੋ ਕੇ ਵੇਖ, ਤੇ ਮੈਂ ਤੇ ਅਤਰ ਫਲੇਲ ਛਿੜਕੇ ਸਗੰਧੀਆਂ ਮੈਂ ਕਰੀਆਂ ਸਨ। ਜਦੋਂ ਗੁਰੂ ਪਾਤਸ਼ਾਹ ਜੀ ਕਿਰਪਾ ਦ੍ਰਿਸ਼ਟੀ ਕਰਦਾ, ਉਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਵਰਟੀਏ। ਪੁੱਤਰਾਂ ਨੇ ਵੀ ਬਚਨ ਨਾ ਪਾਲਿਆ, ਪਰ ਸਿੱਖ ਨੇ ਬਚਨ ਪਾਲੇ। ਹੁਣ ਇਸ ਗੱਲ ਨੂੰ ਲੈ ਕੇ ਕਿ ਮੈਂ ਐਸਾ ਪੰਥ ਪ੍ਰਗਟ ਕਰਨਾ ਹੈ ਜਿਹੜਾ ਲੱਖਾਂ ਦੇ ਵਿੱਚ ਵੀ ਨਹੀਂ ਛੁਪੇਗਾ। ਦੁਨੀਆ ਦੇ ਵਿੱਚ ਇੱਕ ਹੋਰ ਵੀ ਸੀ ਕਿ ਲੋਕ ਕਹਿੰਦੇ ਸਨ ਇੱਕ ਸ਼ਕਤੀ ਹੈ, ਜਿਸ ਨੂੰ ਕੋਈ ਲੋਕ ਦੇਵੀ ਕਹਿੰਦੇ ਨੇ, ਕੋਈ ਕੁਛ ਕਹਿੰਦਾ ਹੈ। ਗੁਰੂ ਪਾਤਸ਼ਾਹ ਨੇ ਸਭ ਨੂੰ ਦੱਸਣ ਵਾਸਤੇ ਕੇਸ਼ਵਦਾਸ ਨਾਮੀ ਪੰਡਤ ਨੂੰ ਵੀ ਬੁਲਾਇਆ, ਤੇ ਉਹ ਪੰਡਤ ਨੂੰ ਪੁੱਛਿਆ, ਕਿਉਂ ਵੀ ਪੰਡਤ ਜੀ ਐਸੀ ਵੀ ਕੋਈ ਦੇਵੀ ਹੈ ਸ਼ਕਤੀ? ਕਹਿਣ ਲੱਗਾ, ਜੀ ਹਾਂ ਹੈਗੀ ਹੈ। ਮਹਾਰਾਜ ਕਹਿੰਦੇ ਦੱਸ ਫਿਰ। ਅੱਜ ਦੇ ਸਮੇਂ ਵਿੱਚ ਵੀ ਕਲਯੁਗ ਵਿੱਚ ਪ੍ਰਗਟ ਹੋ ਸਕਦੇ ਹੈ? ਕਹਿੰਦਾ ਹੋ ਸਕਦੇ ਹੈ, ਪਰ ਖਰਚਾ ਬਹੁਤ ਜ਼ਿਆਦਾ ਹੈ। ਦਸ਼ਮੇਸ਼ ਪਿਤਾ ਮਹਾਰਾਜ ਕਹਿੰਦੇ ਖਰਚੇ ਦੀ ਗੁਰੂ ਨਾਨਕ ਦੇ ਘਰ ਕੋਈ ਤੋਟ ਨਹੀਂ ਹੈ। ਤੂੰ ਦੱਸ ਸਮੱਗਰੀ ਲਿਖਾ, ਸਾਰੀ ਲਿਖਾ ਦਿੱਤੀ। ਕਹਿੰਦਾ ਜੀ 1.25 ਲੱਖ ਲੱਗਣਾ ਸਮੱਗਰੀ ਤੇ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਆਉਣ ਦੇ। ਸਮੱਗਰੀ ਮੰਗਾਈ ਗਈ। ਫਿਰ ਨੈਣੇ ਗੁੱਜਰ ਦੀ ਟਿੱਲਾ ਸੀ ਪਹਾੜੀ ਉੱਪਰ, ਉਹ ਜਗ੍ਹਾ ਚੁਣੀ ਗਈ। ਉੱਥੇ ਇਕਾਂਤ ਜਗ੍ਹਾ ਦੇ ਵਿੱਚ ਹੁਣ ਜਾਪ ਕਰਨਾ ਕਹਿੰਦਾ। ਮਹਾਰਾਜ ਕਹਿੰਦੇ ਕਰੋ ਭਾਈ, ਤੁਹਾਨੂੰ ਵੀ ਜਾਣਾ ਪਊ। ਮਹਾਰਾਜ ਕਹਿੰਦੇ ਮੈਂ ਵੀ ਕਰ ਲੂੰ। ਜਾਪ ਕਰਨਾ ਹੈ ਆਪਾਂ, ਕੋਈ ਪਰਮੇਸ਼ਰ ਤੋਂ ਸ਼ਕਤੀ ਲੈਣੀ ਹੈ ਜਿਹੜੀ ਦੁਨੀਆ ਦੇ ਵਿੱਚ ਯਾਦ ਰਵੇ। ਗੱਲ ਕੀ, ਪੰਡਤ ਬਹੁਤ ਕੁਛ ਕਰਦਾ ਰਿਹਾ, ਲੰਬਾ ਇਤਿਹਾਸ ਹੈ।
ਨਹੀਂ ਕੋਈ ਦੇਵੀ ਦੂਵੀ ਪ੍ਰਗਟ ਹੋ ਸਕੀ। ਗੁਰੂ ਪਾਤਸ਼ਾਹ ਨੇ ਸਾਰੀਆਂ ਗੱਲਾਂ ਉਹਦੀਆਂ ਪੂਰੀਆਂ ਕਰ ਦਿੱਤੀਆਂ, ਪਰ ਦੇਵੀ ਨਾ ਪ੍ਰਗਟ ਹੋਈ। ਆਖਿਰਕਾਰ ਸਤਿਗੁਰੂ ਜੀ ਕਹਿੰਦੇ, ਹਾਂ ਪੰਡਤ ਜੀ ਹੁਣ ਕੀ ਘਾਟ ਰਹੇਗੀ? ਕਹਿਣ ਲੱਗਾ ਜੀ ਬਸ ਘਾਟ ਕੋਈ ਨਹੀਂ, ਪ੍ਰਗਟ ਹੋਣ ਵਾਲੀ ਹੋਈ ਹੈ। ਬੜੇ ਜਿਵੇਂ ਪਖੰਡ ਕਰਦੇ ਹੁੰਦੇ ਐ, ਉਹ ਵੇਖੋ ਜੀ ਤਾਰੇ ਵਾਂਗ ਚਮਕ ਰਹੀ ਹੈ, ਫਲਾਣਾ ਤਾਰੇ ਤਾਂ ਚਮਕਦੇ ਹੀ ਹੁੰਦੇ ਐ ਆਕਾਸ਼ 'ਚ, ਦੇਵੀ ਤਾਂ ਨਹੀਂ ਚਮਕ ਰਹੀ। ਗੁਰੂ ਪਾਤਸ਼ਾਹ ਕਹਿੰਦੇ ਘਾਟ ਕੀ ਹੈ? ਕਹਿਣ ਲੱਗਾ ਜੀ ਘਾਟ ਇਹ ਵੀ ਬਲੀ ਮੰਗਦੀ ਹੈ, ਕਿਸੇ ਪਵਿੱਤਰ ਆਤਮਾ ਦੀ। ਇਸ਼ਾਰਾ ਸੀ, ਮੈਂ ਕਵਾਂਗਾ ਜਦੋਂ ਮੈਂ ਪੁੱਛਾਂਗਾ ਪਵਿੱਤਰ ਆਤਮਾ ਦੀ ਬਲੀ, ਤਾਂ ਮੈਨੂੰ ਪੁੱਛਣ ਗਈ ਨਾ ਪਵਿੱਤਰ ਆਤਮਾ ਕੌਣ ਹੈ, ਤੇ ਮੈਂ ਕਹਿ ਦੇਵਾਂਗਾ ਕਿ ਆਪਣੇ ਵੱਡੇ ਸਾਹਿਬਜ਼ਾਦੇ ਦੀ ਬਲੀ ਦੇ ਦਿਓ, ਤੇ ਫਿਰ ਬਲੀ ਪੁੱਤ ਨੂੰ ਕੋੜਾ ਮਰਵਾਉਣ ਲੱਗੇ, ਤੇ ਫਿਰ ਮੈਂ ਕਹਿ ਦੇਵਾਂਗਾ ਬਲੀ ਨਹੀਂ ਪਹੁੰਚੀ, ਇਸ ਕਰਕੇ ਪ੍ਰਗਟ ਨਹੀਂ ਹੋਈ। ਜਿਸ ਵੇਲੇ ਨੇ ਇਹ ਗੱਲ ਆਖੀ, ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪੰਡਤ ਜੀ ਦੇਖੋ ਤੁਸੀਂ ਕਿੰਨਾ ਜਾਪ ਕਰਦੇ ਹੋ, ਹੈ ਪੂਜਾ ਪਾਠ ਕਰਦੇ ਹੋ, ਤੁਹਾਡੇ ਨਾਲੋਂ ਪਵਿੱਤਰ ਆਤਮਾ ਕੌਣ ਹੋਵੇਗੀ? ਜਦੋਂ ਪੰਡਤ ਨੂੰ ਇਹ ਗੱਲ ਆਖੀ, ਤੁਹਾਡੇ ਨਾਲੋਂ ਪਵਿੱਤਰ ਆਤਮਾ ਪੰਡਤ ਜੀ ਹੋਰ ਕਿਹੜੀ ਹੋਵੇਗੀ? ਬਸ ਫੇਰ ਕੀ ਸੀ, ਫਿਰ ਤੇ ਅੰਦਰ ਕੰਬ ਉੱਠਿਆ, ਕਿਤੇ ਐਸੇ ਨਾ ਹੋਵੇ ਮੇਰੀ ਬਲੀ ਦੇ ਹੀ ਦੇਣ ਇੱਥੇ। ਕਹਿਣ ਲੱਗਾ ਜੀ ਮੈਂ ਕੁਛ ਆਨੰਦਪੁਰ ਸਾਹਿਬ ਤੋਂ ਜਾ ਕੇ ਸਮੱਗਰੀ ਲਿਆਵਾਂ। ਮਾਰੇ ਕਹਿੰਦੇ ਲੈ ਜਾ। ਬਸ ਇਸ ਬਹਾਨੇ ਨਾਲ ਹੀ ਭੱਜ ਗਿਆ, ਵਿੱਚੇ ਛੱਡ ਕੇ ਸਭ ਕੁਝ। ਕਲਗੀਧਰ ਪਾਤਸ਼ਾਹ ਜੀ ਸਭ ਘਟ ਘਟ ਕੇ ਅੰਤਰ ਕੀ ਜਾਣਤ ਨੇ, ਜਾਣਦੇ ਨੇ ਕਿਹੜੀ ਦੇਵੀ ਪ੍ਰਗਟ ਹੋਣੀ ਹੈ ਇੱਥੇ। ਇਹ ਤਾਂ ਸਿੱਖਾਂ ਨੂੰ ਦੱਸਣਾ ਸੀ, ਇਸ ਕਲਯੁਗ ਦੇ ਸਮੇਂ 'ਚ ਕੋਈ ਦੇਵੀ ਦੂਵੀ ਨਹੀਂ ਹੈ, ਕਿਸੇ ਦੇਵੀ ਨੇ ਪ੍ਰਗਟ ਨਹੀਂ ਹੋਣਾ। ਤੇ ਫਿਰ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਇੱਕ ਤੀਰ ਮਾਰਿਆ, ਸਾਰੀ ਸਮੱਗਰੀ ਕੁੰਡ ਵਿੱਚ ਪਾ ਕੇ, ਤੇ ਉਸ ਤੀਰ ਦੇ ਨਾਲ ਰਗੜ ਦੇ ਨਾਲ ਉਹਦੇ ਵਿੱਚੋਂ ਅੱਗ ਪ੍ਰਗਟ ਹੋਈ, ਤੇ ਕੁੰਡ ਵਿੱਚ ਪਈ ਸਮੱਗਰੀ ਨੂੰ ਜਦੋਂ ਭੜਕੀ ਤੇ ਲਾਟਾਂ ਆਕਾਸ਼ ਨੂੰ ਗਈਆਂ। ਇੰਨੀਆਂ ਉੱਚੀਆਂ ਲਾਟਾਂ ਆਨੰਦਪੁਰ ਸਾਹਿਬ ਤੋਂ ਆਮ ਦੇਖੀਆਂ ਗਈਆਂ। ਲੋਕਾਂ ਨੇ ਇਹ ਆਖਿਆ ਦੇਵੀ ਪ੍ਰਗਟ ਹੋ ਗਈ, ਦੇਵੀ ਪ੍ਰਗਟ ਹੋ ਗਈ। ਦਸ਼ਮੇਸ਼ ਪਿਤਾ ਮਹਾਰਾਜ ਜੀ ਕੇਸਗੜ੍ਹ ਵਾਲੇ ਥਾਂ ਤੇ ਆਏ ਹਨ। ਸਿੱਖਾਂ ਨੇ ਇਸ ਥਾਂ ਦੇ ਉੱਤੇ ਦੀਵਾਨ ਸਜਿਆ ਕਰਦਾ ਸੀ, ਉੱਪਰ ਪਹਾੜੀ ਦੇ ਪੱਧਰ ਜਗ੍ਹਾ ਸੀ। ਗੁਰੂ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ। ਸਿੱਖਾਂ ਪੁੱਛਿਆ ਮਹਾਰਾਜ ਦੇਵੀ ਪ੍ਰਗਟ ਹੋਈ ਹੈ, ਕਿਹੜੀ ਦੇਵੀ ਹੈ ਜਿਹੜੀ ਪ੍ਰਗਟ ਹੋਈ? ਮਹਾਰਾਜ ਬੜਾ ਚਾਨਣ ਤੇ ਆਨੰਦਪੁਰ ਸਾਹਿਬ ਤੱਕ ਦਿਸਦਾ ਸੀ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸੇ ਵੇਲੇ ਹੀ ਗੰਭੀਰਤਾ ਵਿੱਚ ਆ ਕੇ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਆਪਣੀ ਤੇਗ ਖਿੱਚੀ ਹੈ। ਮਿਆਨ ਦੇ ਵਿੱਚੋਂ ਸਰਰ ਕਰਦੀ ਤੇਗ ਖਿੱਚ ਕੇ ਬਿਜਲੀ ਵਾਂਗ ਚਮਕੀ ਤੇ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਸ਼ਬਦ ਕਹੇ, ਇਹੀ ਚੰਡਕਾ ਦੰਡਕਾ ਦੁਸ਼ਟ ਦਮਨੀ। ਦਸ਼ਮੇਸ਼ ਦੀ ਬਾਣੀ ਪੜਾਂਗੇ ਤੇ ਪਤਾ ਲੱਗੇਗਾ ਗੁਰਾਂ ਨੇ ਕਿਹਨੂੰ ਦੇਵੀ ਕਿਹਾ। ਲੋਕ ਕਹਿੰਦੇ ਨੇ ਦੇਖੋ ਜੀ ਦੇਵੀ ਦੀ ਪੂਜਾ ਕੀਤੀ ਹੈ ਜੀ ਫਲਾਣਾ ਤਿਮਕਾ ਇਮਕਾ। ਉਹ ਕਲਗੀਧਰ ਪਾਤਸ਼ਾਹ ਜੀ ਦੀ ਰਚਨਾ ਪੜੋ, ਕਿਹੜੀ ਦੇਵੀ ਹੈ। ਦਸ਼ਮੇਸ਼ ਪਿਤਾ ਨੇ ਤਲਵਾਰ ਲਿਸ਼ਕਾ ਕੇ ਆਖਿਆ ਸੀ, ਇਹੀ ਚੰਡਕਾ ਦੰਡਕਾ ਦੁਸ਼ਟ ਦਮਨੀ। ਮਹਾਰਾਜ ਕਹਿੰਦੇ ਇਹੀ ਚੰਡਕਾ ਹੈ, ਤਿੱਖੇ ਤੇਜ ਵਾਲੀ ਹੈ, ਇਸੇ ਦਾ ਨਾਮ ਹੀ ਚੰਡੀ ਹੈ। ਦੰਡਕਾ ਦੁਸ਼ਟਾਂ ਨੂੰ ਦੰਨ ਦੇਣ ਵਾਲੀ ਹੈ, ਦੁਸ਼ਟਾਂ ਨੂੰ ਦਮਨ ਕਰ ਦੇਣ ਵਾਲੀ ਹੈ, ਨਾਸ਼ ਕਰ ਦੇਣ ਵਾਲੀ ਹੈ, ਇਹੀ ਦੇਵੀ ਹੈ। ਉਸ ਵੇਲੇ ਤੋਂ ਸਤਿਗੁਰੂ ਜੀ ਨੇ ਫਿਰ ਗੁਰੂ ਪਾਤਸ਼ਾਹ ਜੀ ਨੇ ਸਾਰੇ ਖਬਰਾਂ ਭੇਜ ਦਿੱਤੀਆਂ ਦੂਰ ਨੇੜੇ, ਜਿੱਥੇ ਤੱਕ ਗੁਰੂ ਨਾਨਕ ਦੀ ਸਿੱਖੀ ਸੀ ਕਿ ਭਾਈ ਐਤਕੀ ਵੈਸਾਖੀ ਦਾ ਪੁਰਬ ਇਸ ਥਾਂ ਤੇ ਮਨਾਇਆ ਜਾਵੇ, ਕਿਉਂਕਿ ਵੈਸਾਖੀ ਦਾ ਪੁਰਬ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਸੀ। ਆਮ ਕਰਕੇ ਤੇ ਵੈਸੇ ਇਹ ਰੁੱਤੀ ਪੁਰਬ ਲੋਕਾਂ ਦੇ ਹੋਇਆ ਕਰਦੇ ਸਨ। ਇਹ ਜ਼ਿਮੀਂਦਾਰਾਂ ਦੇ ਵਿੱਚ ਪੁਰਾਤਨ ਸਮੇਂ ਤੋਂ ਰੀਤੀ ਸੀ
ਜਦੋਂ ਵੀ ਜ਼ਿਮੀਂਦਾਰ ਕੋਈ ਨਵੀਂ ਫਸਲ ਆਉਂਦੀ ਹੈ ਤੇ ਦੂਜੀ ਫਸਲ ਦੀ ਤਿਆਰੀ ਕਰਨੀ ਹੁੰਦੀ ਹੈ, ਉਸ ਵੇਲੇ ਰੱਬ ਨੂੰ ਯਾਦ ਕਰਦੇ। ਜਿਹੜੇ ਬਜ਼ੁਰਗ ਨੇ ਜਿਨ੍ਹਾਂ ਖੇਤੀ ਕੀਤੀ ਹੈ ਉਹਨਾਂ ਨੂੰ ਪਤਾ ਹੈ, ਜਦੋਂ ਹਾੜੀ ਵੱਢਦੇ ਸਾਂ, ਹਾੜੀ ਵੱਢ ਕੇ ਜਦੋਂ ਮਗਰਲਾ ਕਿਆਰਾ ਵੱਢਣਾ, ਉਸ ਵੇਲੇ ਸਿਰੇ ਤੇ ਖੜਾ ਕਰਮ ਦੋ ਕਰਮ ਕਿਆਰਾ ਉਸੇ ਤਰ੍ਹਾਂ ਹੀ ਛੱਡ ਦੇਣਾ, ਵਿੱਚੇ ਹੀ ਵੱਢ ਕੇ ਰੁੱਗ ਰੱਖ ਦੇਣੇ ਉਸੇ ਤਰ੍ਹਾਂ, ਤੇ ਆਖਣਾ ਇਹ ਗਰੀਬ ਗੁਰਬੇ ਦੀ ਖਾਤਰ ਕੋਈ ਵੀ ਇਸ ਨੂੰ ਵੱਢ ਸਕਦਾ ਹੈ, ਕੋਈ ਵੀ ਲੁੱਟ ਕੇ ਲਿਜਾ ਸਕਦਾ ਹੈ। ਉਸ ਵੇਲੇ ਗਰੀਬ ਲੋਕ ਵੇਖਦੇ ਸਨ, ਉਹਨੂੰ ਮਰੀਂਡਾ ਕਹਿੰਦੇ ਹੁੰਦੇ, ਮਰੀਂਡਾ ਛੱਡਤਾ ਹੈ ਵੀ ਧਰਮ ਦੇ ਅਰਥ। ਜਦੋਂ ਦਾਣੇ ਕੱਢ ਲਏ, ਸਾਰੇ ਦਾਣੇ ਕੱਢ ਕੇ ਵੀ ਮਗਰਲੇ ਦਾਣੇ ਜਿਹੜੇ ਹੁੰਦੇ ਤੇ ਉਹ ਵਰਤ ਕਰਕੇ ਫਿਰ ਕੜਾਹ ਪ੍ਰਸ਼ਾਦ ਕਰਕੇ ਸ਼ੁਕਰਗੁਜ਼ਾਰ ਕਰਨਾ ਪਰਮੇਸ਼ਰ ਦਾ, ਵਾਹਿਗੁਰੂ ਤੇਰੀ ਕਿਰਪਾ ਦੇ ਨਾਲ ਨਵੀਂ ਫਸਲ ਆਈ ਹੈ। ਇਸ ਤਰ੍ਹਾਂ ਦੇ ਨਾਲ ਪੁਰਬ ਤੇ ਇੰਝ ਦੇ ਮਨਾਇਆ ਜਾਂਦਾ ਸੀ। ਪਰ ਤੀਜੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੋਂ ਵਿਸਾਖੀ ਦਾ ਪੁਰਬ ਗੁਰੂ ਘਰ ਦੇ ਵਿੱਚ ਵਿਸ਼ੇਸ਼ ਤੌਰ ਤੇ ਮਨਾਇਆ ਜਾਣ ਲੱਗਾ ਸੀ। ਜਦੋਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੌਲੀ ਸਾਹਿਬ ਦੀ ਚੱਠ ਕੀਤੀ ਸੀ, ਬਾਬਾ ਬੁੱਢਾ ਜੀ ਹੋਰਾਂ ਆਖਿਆ ਸੀ, ਮਹਾਰਾਜ ਇਕੱਠ ਸੱਦੋ, ਸਮੂਹ ਗੁਰੂ ਕੀਆਂ ਸੰਗਤਾਂ ਦੇ ਦਰਸ਼ਨ ਹੋਣ, ਨਾਲੇ ਬੌਲੀ ਸਾਹਿਬ ਦੀ ਚੱਠ ਹੋਵੇ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਇਹ ਇਕੱਠ ਬੁਲਾਇਆ ਸੀ ਵਿਸਾਖੀ ਦੇ ਪੁਰਬ ਤੇ ਹੀ। ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਜਿੱਥੇ ਵੀ ਗੁਰੂ ਸਾਹਿਬ ਹੋਣ ਉੱਥੇ ਹੀ ਵਿਸਾਖੀ ਦਾ ਪੁਰਬ ਮਨਾਇਆ ਜਾਂਦਾ ਸੀ। ਇਸੇ ਕਰਕੇ ਹੀ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਵਿਸਾਖੀ ਦਾ ਪੁਰਬ ਜ਼ਿਆਦਾਤਰ ਕਰਕੇ ਦਮਦਮਾ ਸਾਹਿਬ ਦੀ ਧਰਤੀ ਤੇ ਮਸ਼ਹੂਰ ਹੈ। ਵਿਸਾਖੀ ਅਨੰਦਪੁਰ ਸਾਹਿਬ ਹੋਲਾ ਮਹੱਲਾ, ਵਿਸਾਖੀ ਦਮਦਮਾ ਸਾਹਿਬ ਦੀ ਧਰਤੀ ਤੇ, ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਵਿਸਾਖੀ ਸੇ ਜਿਹੜੀ ਜਦੋਂ ਦਮਦਮਾ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਪਾਦਨਾ ਕੀਤੀ, ਸੰਪੂਰਨਤਾ ਕੀਤੀ ਤੇ ਅਰਥ ਵੀ ਪੜ੍ਹਾਏ ਸਨ, ਉਸ ਵੇਲੇ ਵਿਸਾਖੀ ਉੱਥੇ ਹੀ ਮਨਾਈ ਗਈ ਸੀ। ਉਸ ਤੋਂ ਬਾਅਦ ਵਿਸਾਖੀ ਦਾ ਪੁਰਬ ਉੱਥੇ ਹੀ ਮਨਾਇਆ ਜਾਂਦਾ ਹੈ। ਅੱਜ ਵੀ ਉਸ ਸਥਾਨ ਦੇ ਉੱਤੇ ਅਖੰਡ ਪਾਠਾਂ ਦੇ ਭੋਗ ਪਏ ਅਤੇ ਬੇਅੰਤ ਹੀ ਗੁਰੂ ਕੀਆਂ ਸਿੱਖ ਸੰਗਤਾਂ ਲੱਖਾਂ ਦੀ ਗਿਣਤੀ 'ਚ ਉੱਥੇ ਸਭ ਕਾਰੋਬਾਰ ਧੰਦੇ ਛੱਡ ਕੇ ਗੁਰੂ ਕੇ ਦਰਸ਼ਨ ਕਰਨ ਜਾਂਦੀਆਂ। ਇਧਰ ਦਸ਼ਮੇਸ਼ ਪਿਤਾ ਜੀ ਨੇ 1699 ਸਨ ਹੈ ਬਿਕਰਮੀ ਨਹੀਂ, 1699 ਸਨ ਸੀ, ਬਿਕਰਮੀ ਸੰਮਤ ਦਾ ਫਰਕ ਹੈ, ਉਹ ਅੱਗੇ ਚੱਲ ਰਿਹਾ ਈਸਵੀ ਸੰਮਤ ਨਾਲ ਤਕਰੀਬਨ 50 ਸਾਲ ਤੋਂ ਉੱਪਰ ਉਹ ਅੱਗੇ ਹੈ। ਚਲੋ ਰਹੋ ਵਿਚਾਰ। ਵਿਸਾਖੀ ਦੇ ਪੁਰਬ ਵਾਲੇ ਦਿਨ ਸਤਿਗੁਰੂ ਜੀ ਦੀਆਂ ਭਾਰੀ ਸੰਗਤਾਂ ਦਾ ਇਕੱਠ ਹੋਇਆ। ਗੁਰੂ ਸਾਹਿਬ ਜੀ ਦਾ ਨਿਤਨੇਮ ਸੀ, ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਹੀ ਸਨ। ਉਹ ਕੇਸਗੜ੍ਹ ਉੱਚਾ ਥਾਂ ਸੀ, ਇਸ ਕਰਕੇ ਮਹਾਂਪੁਰਖ ਕਿਆ ਕਰਦੇ ਸਨ, ਕੇਸਗੜ੍ਹ ਦੀ ਠੇਰੀ ਤੇ ਦੀਵਾਨ ਸਜਿਆ। ਠੇਰੀ ਕਹਿੰਦੇ ਹੈ ਪਹਾੜ ਦੀ ਚੋਟੀ ਹੋਵੇ ਜਗ੍ਹਾ ਪੱਧਰ, ਉਹਨੂੰ ਠੇਰੀ ਕਹਿੰਦੇ। ਪੰਜਾਬੀ ਦੀ ਠੇਠ ਬੋਲੀ ਹੈ ਪੁਰਾਣੀ। ਕੇਸਗੜ੍ਹ ਦੀ ਠੇਰੀ ਦੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ। ਸ੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨਤਾ ਹੋਈ ਹੈ, ਭੋਗ ਪਿਆ, ਅਰਦਾਸ ਹੋਈ ਹੈ। ਉਸ ਤੋਂ ਬਾਅਦ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਜੋ ਪ੍ਰੋਗਰਾਮ ਲਿਖੇ, ਬੇਅੰਤ ਗੁਰੂ ਕੀਆਂ ਸੰਗਤਾਂ ਨੇ ਵੀ ਐਤਕੀ ਗੁਰੂ ਸਾਹਿਬ ਜੀ ਕੋਈ ਵਿਸ਼ੇਸ਼ ਪੈਗਾਮ ਦੇਣਗੇ ਕਿ ਸਾਰੀਆਂ ਸੰਗਤਾਂ ਨੂੰ ਸੁਨੇਹੇ ਦੇ ਕੇ ਬੁਲਾਇਆ। ਦੇਖੀਏ ਅੱਜ ਸਤਿਗੁਰੂ ਜੀ ਕੀ ਦੱਸਦੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਲੈ ਕੇ ਲਿਸ਼ਕਦੀ ਹੋਈ ਨੰਗੀ ਤਲਵਾਰ ਸਟੇਜ ਤੇ ਆਏ ਤੇ ਸਮੂਹ ਸੰਗਤਾਂ ਦੇ ਵਿੱਚ ਤਲਵਾਰ ਨੂੰ ਲਹਿਰਾਉਂਦਿਆਂ ਹੋਇਆਂ ਆਖਿਆ, ਗੁਰੂ ਨਾਨਕ ਦੀ ਸਿੱਖ ਸੰਗਤ, ਅੱਜ ਸਾਡੀ ਇਹ ਤਲਵਾਰ ਖੂਨ ਦੀ, ਕਿਸੇ ਸਿੱਖ ਦੇ ਖੂਨ ਦੀ ਪਿਆਸੀ ਹੈ।
ਇੱਕ ਸਿਰ ਦੀ ਮੰਗ ਕਰਦੀ ਹੈ, ਉੱਠੋ ਕੋਈ ਆਪਣੇ ਸੀਸ ਦਾ ਬਲੀਦਾਨ ਦੇਵੇ ਤੇ ਸਾਡੀ ਤੇਗ ਦੀ ਪਿਆਸ ਬੁਝਾਵੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਆਵਾਜ਼ ਸੁਣ ਕੇ ਇੱਕ ਵੇਰੀ ਤੇ ਐ ਸਨਾਟਾ ਛਾ ਗਿਆ, ਚਿੜੀ ਵੀ ਕੋਈ ਚੌਂਕ ਨਹੀਂ ਸੀ ਰਹੀ। ਦੂਜੀ ਵਾਰ ਵੀ ਸ਼ਾਂਤੀ ਵਰਤ ਗਈ, ਨੀਵੀਆਂ ਪੈ ਗਈਆਂ, ਗੁਰੂ ਸਿਰ ਮੰਗਦਾ। ਆਖਰਕਾਰ ਗੁਰੂ ਕਾ ਸਿੱਖ ਨਹੀਂ ਰਿਹਾ ਗਿਆ, ਗੁਰੂ ਸਿਰ ਮੰਗਦਾ ਹੋਵੇ, ਸਿੱਖ ਬੈਠੇ ਰਹਿਣ ਨੀਵੀਆਂ ਪਾ ਕੇ। ਉੱਠ ਕੇ ਸਤਿਗੁਰੂ ਜੀ ਦੇ ਸਾਹਮਣੇ ਭਾਈ ਦਇਆ ਰਾਮ ਜੀ ਗਏ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਆਖਿਆ, ਮਹਾਰਾਜ ਪਹਿਲੇ ਤੇ ਮੇਰੀ ਗਲਤੀ ਮਾਫ ਕਰੋ, ਮੈਂ ਮੇਰਾ ਫਰਜ਼ ਬਣਦਾ ਸੀ, ਮੈਂ ਪਹਿਲੇ ਬਚਨ ਨਾਲ ਉੱਠ ਕੇ ਆਉਂਦਾ, ਪਰ ਮਹਾਰਾਜ ਆਪ ਜੀ ਦੇ ਤੀਜੇ ਬਚਨ ਨਾਲ ਆਏ। ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਵੀ ਮੰਨ ਲਏ। ਠੀਕ ਹੈ, ਕਿਤੇ ਲੜ ਕੇ ਤਾਂ ਨਹੀਂ ਆਇਆ ਘਰੇ, ਕੋਈ ਲੜਾਈ ਤਾਂ ਨਹੀਂ ਹੈ, ਗੁੱਸੇ 'ਚ ਤਾਂ ਨਹੀਂ ਆਇਆ। ਮਹਾਰਾਜ ਕਹਿੰਦੇ ਨਹੀਂ ਮਹਾਰਾਜ, ਆਪ ਜੀ ਦੇ ਬਚਨ ਪਾੜੇ ਜਾਣ, ਜੇ ਸੀਸ ਦੇ ਨਾਲ ਆਪ ਜੀ ਦੀ ਤਲਵਾਰ ਦੀ ਪਿਆਸ ਬੁਝ ਸਕਦੀ ਹੈ, ਮਹਾਰਾਜ ਸੀਸ ਕੀ ਆ, ਸਰੀਰ ਹੀ ਹਾਜ਼ਰ ਹੈ ਆਪ ਜੀ ਦੇ ਸਨਮੁਖ। ਕਲਗੀਧਰ ਪਾਤਸ਼ਾਹ ਜੀ ਨੇ ਬਾਂਹ ਤੋਂ ਪਕੜਿਆ, ਸਭ ਸੰਗਤ ਦੇ ਜਦੋਂ ਬਾਂਹ ਤੋਂ ਫੜਿਆ, ਇੱਕ ਹੱਥ ਵਿੱਚ ਨੰਗੀ ਤਲਵਾਰ ਹੈ। ਲੋਕ ਕੰਬਦੇ ਦੇਖ ਰਹੇ ਸਨ, ਕੀ ਕੁਛ ਬਣੇਗਾ ਹੁਣ ਇਹਦਾ। ਅਬਦੁਲ ਤੁਰਾਨੀ ਨੇ ਜੋ ਔਰੰਗਜ਼ੇਬ ਦੀ CID ਸੀ ਤੇ ਉਸ ਨੇ ਉਸ ਸਮੇਂ ਦੀ CID ਲਿਖੀ ਹੈ। ਭਾਵੇਂ ਕਈ ਇਤਿਹਾਸਕਾਰਾਂ ਨੇ ਲਿਖ ਦਿੱਤਾ ਵੀ ਤੰਬੂ ਵਿੱਚ ਲੈ ਗਏ, ਉੱਥੇ ਲਿਜਾ ਕੇ ਬੱਕਰਾ ਝੜਕ ਦਿੱਤਾ ਇਤਿਆਦ ਕੁਛ, ਪਰ ਗੁਰੂ ਨੇ ਸਿੱਖ ਦਾ ਮੰਗਿਆ, ਬੱਕਰੇ ਦਾ ਨਹੀਂ ਮੰਗਿਆ। ਤੇ ਨਾ ਹੀ ਇਹਨਾਂ ਇਕੱਠ ਹੋਵੇ ਤੇ ਬੱਕਰੇ ਬੰਨੇ ਹੋਣ ਤੇ ਉਹ ਚੁੱਪ ਹੀ ਰਹਿ ਜਾਣ। ਬੱਕਰੇ ਇਕੱਠੇ ਹੋਏ ਵੀ ਕਦੇ ਚੁੱਪ ਰਹਿ ਸਕਦੇ ਆ, ਕੋਈ ਨਹੀਂ ਸੀ। ਸਤਿਗੁਰੂ ਜੀ ਨੇ ਸਭ ਦੇ ਵੇਖਦਿਆਂ ਸਟੇਜ ਤੋਂ ਹੇਠਾਂ ਲਿਜਾ ਕੇ ਇੱਕ ਪਾਸੇ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਤਲਵਾਰ ਦੇ ਵਾਰ ਦੇ ਨਾਲ ਸ਼ੀਸ਼ ਲਾ ਦਿੱਤਾ। ਬਸ ਫਿਰ ਕੀ ਸੀ, ਸਭ ਕੋਈ ਸ਼ਾਂਤ ਹੋ ਗਏ। ਤਾਂ ਨਹੀਂ ਮੂੰਹ ਚੱਕਦੇ ਵੀ ਕਿਤੇ ਹੁਣ ਦੁਬਾਰੇ ਨਾ ਮੰਗ ਲੈਣ। ਗੁਰੂ ਪਾਤਸ਼ਾਹ ਜਦੋਂ ਫਿਰ ਸਟੇਜ ਤੇ ਆਏ, ਖੂਨ ਨਾਲ ਭਿੱਜੀ ਹੋਈ ਤਲਵਾਰ ਉਸੇ ਤਰ੍ਹਾਂ ਲਹਿਲਹਾਈ, ਦੇਖ ਕੇ ਸਭ ਦੇ ਦੰਦ ਜੁੜ ਗਏ। ਗੁਰੂ ਪਾਤਸ਼ਾਹ ਜੀ ਕਹਿੰਦੇ ਅਜੇ ਸਾਡੀ ਤਲਵਾਰ ਦੀ ਪਿਆਸ ਨਹੀਂ ਬੁਝੀ, ਹੋਰ ਸੀਸ ਦੀ ਮੰਗ ਕਰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਕਹਿਣ ਦੀ ਦੇਰ ਸੀ। ਧਰਮ ਚੰਦ ਉੱਠਿਆ ਹਸਤਨਾਪੁਰ ਦਾ। ਵੈਸੇ ਅਸੀਂ ਸਾਰੇ ਇਹੀ ਕਹਿੰਦੇ ਵੀ ਦਿੱਲੀ ਤੋਂ ਹੈ, ਦਿੱਲੀ ਤੋਂ ਨਹੀਂ। ਮੈਂ ਜਾ ਕੇ ਉਹਦੇ ਘਰ ਦੇ ਦਰਸ਼ਨ ਕੀਤੇ ਨੇ। ਦਿੱਲੀ ਤੋਂ ਕਈ ਮੀਲਾਂ ਦੀ ਵਿੱਥ ਤੇ ਹਸਤਨਾਪੁਰ ਨਾਮੀ ਇੱਕ ਪਿੰਡ ਹੈ। ਅਜੇ ਵੀ ਉਹ ਪਿੰਡ ਨੁਮਾ ਹੈ, ਠੀਕ ਹੈ, ਬਹੁਤ ਭਾਰੀ ਪਿੰਡ ਹੈ, ਸ਼ਹਿਰ ਵਰਗਾ ਹੈ, ਪਰ ਹੈ ਪਿੰਡ ਹੀ ਉਹ, ਵੱਖਰਾ ਹੈ। ਤੇ ਉੱਥੇ ਕਾਰ ਸੇਵਾ ਵਾਲਿਆਂ ਨੇ ਉਹਦਾ ਘਰ ਤਕਰੀਬਨ ਬਹੁਤਾ ਵੱਡਾ ਨਹੀਂ, 8x8 ਦਾ ਹੋਵੇਗਾ, ਜਾਣੀ 8 ਫੁੱਟ ਦੀ ਚੜਾਈ ਦਾ, 8 ਫੁੱਟ ਦੀ ਲੰਬਾਈ, ਏਡਾ ਉਹਦਾ ਕਮਰਾ ਹੈ। ਉਹ ਕਾਰ ਸੇਵਾ ਵਾਲਿਆਂ ਨੇ ਉਸੇ ਤਰ੍ਹਾਂ ਸਾਂਭ ਕੇ ਰੱਖਿਆ ਹੋਇਆ। ਵੈਸੇ ਵੱਖਰਾ ਦੀਵਾਨ ਹਾਲ ਉੱਥੇ ਬਣਾ ਦਿੱਤਾ। ਉਹਦੇ ਚਾਚੇ ਤਾਇਆਂ ਨੇ, ਘਰਦਿਆਂ ਨੇ ਜਿਹੜਾ ਹੈ ਸੀ ਕਾਰ ਸੇਵਾ ਵਾਲਿਆਂ ਨੇ ਉਹਨਾਂ ਨੂੰ ਪੁੱਛੜ ਵੀ ਦਿੱਤੀ ਸੀ ਵੀ ਤੁਹਾਨੂੰ ਵਧੀਆ ਕੋਠੀਆਂ ਪਾ ਕੇ ਦੇਵਾਂਗੇ, ਜਗ੍ਹਾ ਵਾਧੂ ਦੇਵਾਂਗੇ, ਵੀ ਤੁਸੀਂ ਇਹ ਜਿਹੜੀ ਜਗ੍ਹਾ ਅੱਗੇ ਇਹ ਰਸਤਾ ਚੰਗਾ ਖੁੱਲ੍ਹਾ ਬਣ ਜਾਵੇਗਾ, ਸਥਾਨ ਬਣ ਜਾਵੇਗਾ, ਦੇ ਦਿਓ। ਪਰ ਉਹਨਾਂ ਨੇ ਜਿੱਦ ਕੀਤੀ ਹੈ, ਦਿੱਤਾ ਨਹੀਂ ਹੈ। ਤੇ ਇਸ ਕਰਕੇ ਉਹਨਾਂ ਨੇ ਬਾਹਰ ਵੱਖਰਾ ਜਿਹੜਾ ਹੈ ਸਰੋਵਰ ਬਣਾਇਆ ਇਹਨਾਂ ਦੀ ਯਾਦ ਵਿੱਚ, ਤੇ ਰਹਿائش ਨੂੰ ਥਾਂ ਵੀ ਬਣਾਇਆ ਹੋਇਆ ਹੈ। ਪਰ ਉਸ ਸਥਾਨ ਦੇ ਉੱਤੇ ਉਹ ਓਡਾ ਕਮਰਾ ਹੈ। ਉਹ ਰਹੋ ਵਿਚਾਰ। ਧਰਮ ਚੰਦ ਉੱਠੇ
ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਨੂੰ ਵੀ ਉਸੇ ਤਰ੍ਹਾਂ ਹੀ ਪੁੱਛਿਆ ਤੇ ਹਾਜ਼ਰ ਹੈ ਮਹਾਰਾਜ ਜੀ, ਸੀਸ ਕਿਰਪਾ ਕਰੋ, ਲਾਓ ਲੇਖੇ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਧਰਮਚੰਦ ਨੂੰ ਵੀ ਉਸੇ ਤਰ੍ਹਾਂ ਹੀ ਸਾਈਡ ਤੇ ਲਿਜਾ ਕੇ ਝੜਕਾ ਦਿੱਤਾ ਹੈ। ਵਾਰ-ਵਾਰ ਬਾਰੰਬਾਰ ਇਸੇ ਤਰ੍ਹਾਂ ਹੀ ਫਿਰ ਹਿੰਮਤ ਸਿੰਘ, ਫਿਰ ਮੋਹਕਮ ਸਿੰਘ, ਆਖਰ ਤੇ ਸਾਹਿਬ ਸਿੰਘ, 5 ਗੁਰੂ ਕੇ ਸਿੱਖਾਂ ਨੇ ਸ਼ੀਸ਼ ਦਿੱਤੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਵੀ ਰਾਸਨ ਬੈਠ ਕੇ ਅੰਮ੍ਰਿਤ ਤਿਆਰ ਕੀਤਾ। ਉਹ ਅੰਮ੍ਰਿਤ ਦੀਆਂ ਬੂੰਦਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ਼ੀਸ਼ ਧੜਾਂ ਨਾਲ ਜੋੜ ਕਰਕੇ, ਜਿਸ ਵੇਲੇ ਅਬਦੁਲ ਤਰਾਨੀ ਲਿਖਦਾ ਕਿ ਉਹ ਆਬਿਆ ਹਯਾਤ ਦੀਆਂ ਬੂੰਦਾਂ ਜਿਸ ਵੇਲੇ ਦਿਆਲ ਸਿੰਘ ਦੇ ਮੁਖ ਵਿੱਚ ਪਾਈ ਚੋਲੀ ਤੇ ਮੁਖ ਤੋਂ ਆਖਿਆ, ਬੋਲ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਉੱਠ ਕੇ ਬੈਠ ਗਿਆ। ਬੋਲੇ ਸੋਨਿਹਾਲ। ਸ੍ਰੀ ਅਕਾਲ। ਕਹਿੰਦੇ ਮੈਂ ਅੱਖੀਂ ਵੇਖਿਆ ਆ ਚਮਤਕਾਰ ਅੱਜ ਤੱਕ ਦੁਨੀਆ 'ਚ ਨਹੀਂ ਸੀ ਵੇਖਿਆ ਜੋ ਕਰ ਵਿਖਾਏ ਗੁਰਾਂ ਨੇ। ਬਸ ਫੇਰ ਕੀ ਸੀ, ਹਫੜਾ ਦਫੜੀ ਮਚ ਗਈ। ਕਈ ਤਾਂ ਉੱਠ ਕੇ ਮਸੰਦ ਡਰਦੇ ਮਾਰੇ ਮਾਤਾ ਜੀ ਕੋਲ ਵੀ ਪਹੁੰਚ ਗਏ ਸਨ। ਮਾਤਾ ਪਤਾ ਨਹੀਂ ਗੁਰੂ ਨੂੰ ਕੀ ਹੋ ਗਿਆ, ਉਹ ਤਾਂ ਸਿੱਖਾਂ ਨੂੰ ਹੀ ਵਾਢੀ ਧਰ ਲਈ ਹੈ ਉਹਨਾਂ। ਜੇ ਇਸੇ ਤਰ੍ਹਾਂ ਹੀ ਰਿਹਾ ਸ਼ਾਮ ਤੱਕ ਤੇ ਸਾਰੇ ਸਿੱਖ ਮੁਕਾ ਦੇਵੇਗਾ। ਕਰੋ ਕਿਰਪਾ ਤੇ ਬਾਬਾ ਅਜੀਤ ਸਿੰਘ ਨੂੰ ਗੱਦੀ ਤੇ ਬਿਠਾਓ ਤੇ ਉਹਨਾਂ ਨੂੰ ਹਟਾਓ, ਤੁਹਾਡੇ ਬਚਨ ਮੰਨ ਲੈਣਗੇ। ਇਹ ਕਿਰਪਾ ਕਰੋ। ਮਾਤਾ ਜੀ ਕਹਿਣ ਲੱਗੇ, ਭਾਈ ਜੋ ਕਰ ਰਹੇ ਨੇ ਉਹ ਠੀਕ ਕਰ ਰਹੇ ਨੇ, ਤੁਸੀਂ ਘਬਰਾਓ ਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੰਜਾਂ ਨੂੰ ਅੰਮ੍ਰਿਤ ਦ੍ਰਿਸ਼ਟੀ ਸਿੰਚ ਜੀਵਾਏ, ਅੰਮ੍ਰਿਤ ਦ੍ਰਿਸ਼ਟੀ ਨਾਲ ਜਿੰਦੇ ਕੀਤਾ ਤੇ ਫਿਰ ਗੁਰੂ ਪਾਤਸ਼ਾਹ ਜੀ ਨੇ ਕੇਸਰੀ ਬਾਣਾ ਉਹਨਾਂ ਨੂੰ ਬਖਸ਼ੇ। ਕੇਸਰੀ ਬਾਣਾ ਬਖਸ਼ ਕੇ ਤੇ ਸ਼ਾਸਤਰ ਪਹਿਨਾ ਕੇ ਤਿਆਰ ਬਰ ਤਿਆਰ ਕਰਕੇ ਆਖਿਆ, ਅੱਜ ਤੋਂ ਤੁਸੀਂ ਦਇਆ ਰਾਮ ਧਰਮਚੰਦ ਨਹੀਂ ਹੋ, ਅੱਜ ਤੋਂ ਤੁਸੀਂ ਦਇਆ ਸਿੰਘ ਤੇ ਧਰਮ ਸਿੰਘ ਬਣ ਗਏ ਹੋ। ਅੱਜ ਤੋਂ ਤੁਸੀਂ ਖੱਤਰੀ ਤੇ ਜੱਟ ਨਹੀਂ ਹੋ, ਅੱਜ ਤੋਂ ਤੁਸੀਂ ਖਾਲਸਾ ਹੋ ਗਏ ਹੋ। ਹੁਣ ਤੁਹਾਡੀ ਜਾਤੀਵਾਦ ਚੁੱਕ ਦਿੱਤਾ ਗਿਆ। ਤੁਸੀਂ ਨਾਈ ਨਹੀਂ, ਤੁਸੀਂ ਛਿੰਬੇ ਨਹੀਂ, ਤੁਸੀਂ ਚਿਹਰ ਨਹੀਂ। ਪੰਜਾਂ ਜਾਤਾਂ ਨੂੰ ਸਤਿਗੁਰਾਂ ਨੇ ਇੱਕ ਕਰ ਦਿੱਤਾ। ਖੱਤਰੀ, ਜੱਟ, ਨਾਈ, ਛਿੰਬੇ, ਚਿਹਰ, ਇਹ 5 ਜਾਤਾਂ ਗੁਰਾਂ ਨੇ ਮੇਲ ਦਿੱਤੀਆਂ। ਜਦੋਂ ਕੇਸਰੀ ਬਾਣਾ ਸਜਾ ਕੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਨਾਲ ਪੰਜਾਂ ਨੂੰ ਸਟੇਜ ਤੇ ਲੈ ਕੇ ਆਏ, ਲੋਕ ਹੈਰਾਨ ਸਨ। ਜਿੰਨੇ ਕੁ ਬੈਠੇ ਸਨ ਤਾਂ ਨੂੰ ਮੁਖ ਚੱਕ ਕੇ ਜਦੋਂ ਵੇਖਿਆ, ਇਉਂ ਲੱਗਦਾ ਸੀ ਤੇ ਅੱਜ 6 ਗੁਰੂ ਸਾਹਿਬ ਖੜੋਤੇ। ਐਸਾ ਉਹਨਾਂ ਦਾ ਪ੍ਰਤਾਪ ਉਹਨਾਂ ਦੇ ਚਿਹਰਿਆਂ ਦਾ ਦਿਸ ਰਿਹਾ ਸੀ। ਤੇ ਉਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਭਾਈ ਇਹ ਸਾਡੇ 5 ਪਿਆਰੇ ਹਨ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੰਜਾਂ ਨੂੰ ਖੜੇ ਕਰਕੇ ਤੇ ਆਪ ਉਹਨਾਂ ਦੇ ਸਨਮੁਖ ਗਲ ਵਿੱਚ ਪਰਨਾ ਕਾ ਕੇ ਬੇਨਤੀ ਕੀਤੀ ਸੀ। ਭਾਈ ਸਾਹਿਬ ਜੀ ਸ਼ਬਦ ਪੜ੍ਹ ਰਹੇ ਸਨ। ਭਾਈ ਗੁਰਦਾਸ ਸਿੰਘ ਦੀ ਇੱਕ ਵਾਰ ਮਗਰਲੀ ਜਿਹੜੀ ਹੈ ਉਸ ਦੇ ਵਿੱਚੋਂ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਉਹ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਦਇਆ ਸਿੰਘ ਜੀ, ਜਿਵੇਂ ਤੁਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਦਾਸ ਨੂੰ ਵੀ ਸਿਖਾਓ, ਅੰਮ੍ਰਿਤ ਦੀ ਦਾਤ ਦਿਓ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਮਹਾਰਾਜ ਅਸੀਂ ਕੀ ਸੰਸਾਰ ਦੇ ਕੀੜਿਆਂ ਵਰਗੇ ਜੀਵ ਤੁਸਾਂ ਨੇ ਕਿਰਪਾ ਕਰ ਦਿੱਤੀ ਹੈ, ਅਸੀਂ ਕੌਣ ਹਾਂ ਆਪ ਜੀ ਨੂੰ ਅੰਮ੍ਰਿਤ ਦੀ ਦਾਤ ਦੇਣ ਵਾਲੇ। ਗੁਰੂ ਪਾਤਸ਼ਾਹ ਕਹਿਣ ਲੱਗੇ, ਦਇਆ ਸਿੰਘ ਜੀ, ਅਕਾਲ ਪੁਰਖ ਦਾ ਹੁਕਮ ਹੀ ਐਸਾ ਹੈ।
ਮੈਂ ਤੁਹਾਨੂੰ ਦਇਆ ਰਾਮ ਤੋਂ ਦਇਆ ਸਿੰਘ ਬਣਾ ਸਕਦਾ ਹਾਂ। ਧਰਮ ਚੰਦ ਤੋਂ ਧਰਮ ਸਿੰਘ ਬਣਾਇਆ ਤੇ ਪਰ ਮੈਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਨਹੀਂ ਬਣ ਸਕਦਾ, ਤੇ ਤੁਸੀਂ ਹੀ ਕਿਰਪਾ ਕਰੋ। ਜਿਵੇਂ ਤੁਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਉਸੇ ਤਰ੍ਹਾਂ ਦਾਸ ਨੂੰ ਵੀ ਬਖਸ਼ੋ। ਫਿਰ ਨਿਮਰਤਾ ਦੇ ਘਰ ਵਿੱਚ ਆ ਕੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਮਹਾਰਾਜ ਆਪ ਜੀ ਦਾ ਬਚਨ ਟਾਲਿਆ ਨਹੀਂ ਜਾ ਸਕਦਾ। ਠੀਕ ਹੈ ਸਤਿਗੁਰੂ ਜੀ, ਪਰ ਮਹਾਰਾਜ ਤੁਸੀਂ ਇਹ ਸ਼ਬਦ ਕਿਹਾ, ਜਿਸ ਤਰ੍ਹਾਂ ਤੁਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਮੈਨੂੰ ਵੀ ਬਖਸ਼ੋ। ਮਹਾਰਾਜ ਸਾਤੋਂ ਤੇ ਆਪ ਜੀ ਨੇ ਸਿਰ ਲੈ ਕੇ ਅੰਮ੍ਰਿਤ ਦੀ ਦਾਤ ਦਿੱਤੀ ਹੈ। ਗੁਰੂ ਪਾਤਸ਼ਾਹ ਸੀ ਕਿ ਇਸ ਤਰ੍ਹਾਂ ਕਹੀਏ ਆਪ ਜੀ ਨੂੰ, ਉਸੇ ਤਰ੍ਹਾਂ ਅੰਮ੍ਰਿਤ ਛਕਾਇਆ ਜਾਵੇਗਾ। ਗੁਰੂ ਪਾਤਸ਼ਾਹ ਕਹਿੰਦੇ, ਦਇਆ ਸਿੰਘ ਜੀ ਮੇਰਾ ਸਰਬੰਸ ਹੀ ਖਾਲਸੇ ਦੇ ਵਾਸਤੇ ਤਿਆਰ ਹੈ। ਕੇਵਲ ਬਚਨ ਹੀ ਨਹੀਂ ਕਹੇ, ਇੱਕ ਨਹੀਂ, ਦੋ ਨਹੀਂ, ਪੰਜ ਨਹੀਂ, ਸੱਤ ਨਹੀਂ। ਵੈਸੇ ਤੇ ਗਾਉਣ ਵਾਲਿਆਂ ਨੇ ਭੱਠਾ ਬਿਠਾਤਾ ਸਾਡੇ ਇਤਿਹਾਸ ਦਾ, ਜਿਹੜੇ ਗਾਉਣ ਵਾਲੇ ਐ, ਤੇ ਵਿਸਾਖੀ ਧਮਾਲਾਂ ਕਹਿੰਦੇ ਗ੍ਰੇਡ ਆਉਂਦੀਆਂ ਟੀਵੀਆਂ ਤੇ, ਫਲਾਨਾ ਉਹ ਧਮਕਾ ਉਹ, ਸਾਡੇ ਇਤਿਹਾਸ ਦਾ ਖਲਵਾੜ ਉਡਾ ਰਹੇ ਨੇ। ਤੇ ਇੱਕ ਨੇ ਤੇ ਕਵਿਤਾ ਹੀ ਬਣਾ ਦਿੱਤੀ ਹੈ ਕਿ ਤੈਂ 7 ਵਾਰੇ, ਕੋਈ 7 ਹੀ ਵਾਰੇ, ਤੈਨੂੰ ਗਿਣਤੀ ਨਹੀਂ ਕਲਗੀਧਰ ਪਾਤਸ਼ਾਹ ਜੀ ਦੇ ਪਰਿਵਾਰ ਦੀ। ਇੱਕ ਨਹੀਂ, ਦੋ ਨਹੀਂ, 5 7 ਨਹੀਂ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ 22 ਸਿਰ ਲੱਗੇ ਕੌਮ ਦੀ ਖਾਤਰ। ਕਲਗੀਧਰ ਪਾਤਸ਼ਾਹ ਦੇ ਪਰਿਵਾਰ ਦੇ ਇਤਿਹਾਸ ਪੜ੍ਹੋ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹ ਖਾਲਸੇ ਦੀ ਸਿਰਜਣਾ ਕੀਤੀ ਹੈ, ਅਤੇ ਫਿਰ ਆਖਿਆ ਹੈ, ਸਿੱਖ ਪੰਚਨ ਮੈਂ ਮੇਰੋ ਵਾਸਾ। ਇਹਨਾਂ ਪੰਜਾਂ ਦੇ ਵਿੱਚ ਮੇਰਾ ਨਿਵਾਸ ਹੈ। ਇਹ ਪੰਜ ਹੀ ਰਹਿਤ ਸਹਿਤ ਜਹ ਪੰਚੋ ਮਿਲੇ, ਮਮ ਸਰੂਪ ਤਹ ਦੇਖੋ ਭਲੇ। ਜਿੱਥੇ ਰਹਿਤ ਬਹਿਤ ਦੇ ਧਾਰਨੇ ਪੰਜ ਮਿਲ ਜਾਣ, ਉਹ ਮੇਰਾ ਹੀ ਸਰੂਪ ਹੋਵੇਗਾ। ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਮਿਹਰ ਕੀਤੀ ਹੈ। ਅੱਜ ਖਾਲਸੇ ਦਾ ਸਿਰਜਣਾ ਦਿਵਸ ਹੈ। ਕਈ ਲੋਕ ਕਹਿੰਦੇ ਜਨਮ, ਖਾਲਸਾ ਜਨਮਿਆ ਨਹੀਂ ਹੈ, ਖਾਲਸੇ ਦੀ ਸਿਰਜਣਾ ਹੋਈ ਹੈ। ਕਲਗੀਧਰ ਪਾਤਸ਼ਾਹ ਜੀ ਨੇ ਸਿਰਜਣਾ ਦਿਵਸ ਅੱਜ ਜਿੱਥੇ ਜਿੱਥੇ ਵੀ ਕੋਈ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਿੱਖ ਬੈਠੇ ਹੈ, ਉਹ ਸਾਰੇ ਥਾਂ ਥਾਂ ਦੇ ਉੱਤੇ ਇਹ ਪੁਰਬ ਨੂੰ ਮਨਾ ਰਹੇ ਹਨ। ਆਓ ਆਪਾਂ ਅੱਜ ਦੇ ਸੰਗਰਾਂਦ ਦੇ ਦਿਹਾੜੇ ਤੇ ਜੋ ਗੁਰੂ ਸਾਹਿਬ ਜੀ ਨੇ, ਪੰਚਮ ਪਾਤਸ਼ਾਹ ਜੀ ਨੇ ਇਹਦੇ ਵਿੱਚ 12 ਹੁਕਮਨਾਮੇ 12 ਮਹੀਨਿਆਂ ਦੇ ਦਿੱਤੇ ਨੇ। ਸ੍ਰੀ ਅੰਮ੍ਰਿਤ ਸਾਹਿਬ ਦਰਬਾਰ ਸਾਹਿਬ ਤੋਂ ਜਦੋਂ ਅੰਮ੍ਰਿਤ ਵੇਲੇ ਸੰਗਰਾਂਦ ਵਾਲੇ ਦਿਨ ਸ੍ਰੀ ਮੁਖਵਾਕ ਗੁਰੂ ਗ੍ਰੰਥ ਸਾਹਿਬ ਜੀ ਦਾ ਪੜ੍ਹਿਆ ਜਾਂਦਾ ਹੈ, ਉਹਦੇ ਨਾਲ ਹੀ ਇਹ ਵੀ ਸ੍ਰੀ ਮੁਖਵਾਕ ਪੜ੍ਹਿਆ ਜਾਂਦਾ, ਜੇ ਮਹੀਨਾ ਹੋਵੇ ਉਸਦਾ। ਵੈਸਾਖ ਦਾ ਪੁਰਬ ਹੈ, ਉਹ ਵਿਸਾਖ ਦੇ ਪੁਰਬ ਦੀ ਆਪਾਂ ਅੱਖਰਾਂ ਅੱਖਰੀ ਵਿਚਾਰ ਸੁਣ ਲਈਏ। ਸਮਾਂ ਹੋ ਚੱਲਿਆ। ਹਾਂਜੀ ਬੋਲੋ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵੈਸਾਖ ਧੀਰਨ ਕਿਉ ਵਾਢੀਆ, ਜਿਨਾ ਪ੍ਰੇਮ ਵਿਸ਼ੋ। ਵੈਸਾਖ ਵਾਸਤਵ ਦੇ ਵਿੱਚ ਤਾਂ ਹੈ ਵਿਸਾਖ ਦੇ ਮਹੀਨੇ ਦਾ ਹੀ ਨਾਂ, ਤੇ ਪਰ ਨਾਲ ਸਤਿਗੁਰੂ ਮਹਾਂਪੁਰਖ ਇਹ ਵੀ ਇਹਦੀ ਵਿਚਾਰ ਦਿਆ ਕਰਦੇ ਸਨ। ਵੈ ਉਹ ਸਾਖ ਸਾਖੀ ਚੇਤਨ ਵਾਹਿਗੁਰੂ। ਤੇ ਮਹਾਰਾਜ ਕਹਿੰਦੇ ਵਾਢੀਆ ਉਹ ਬਚਨ ਹੈ ਗੁਰਬਾਣੀ ਦੇ ਅੰਦਰ। ਵਾਢੀ ਜਿਨ੍ਹਾਂ ਨੇਹੋ ਦੂਜਾਣੇ ਲੱਗਾ, ਝੂਰ ਮਰੋ ਸੇ ਵਾਢੀਆ। ਉੱਥੇ ਔਰਤਾਂ ਦਾ ਨਾਮ ਹੈ, ਇਸਤਰੀਆਂ ਦਾ ਇੱਥੇ ਵੀ ਵਾਚਕ ਹੈ। ਇਹਦੇ ਵਿੱਚ ਰੂਪਕ ਅਲੰਕਾਰ ਸਾਰੇ 12 ਮਾਹਾਂ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਬਖਸ਼ਿਆ, ਵਰਤਿਆ। ਉਹਨਾਂ ਜੀਵ ਰੂਪ ਵਾਢੀਆ ਇਸਤਰੀਆਂ ਨੂੰ ਵਿਸਾਖ ਦੇ ਮਹੀਨੇ ਵਿੱਚ ਧੀਰਨ ਕਿਉਂ? ਧੀਰਜ ਕਿਵੇਂ ਹੋ ਸਕਦਾ ਹੈ? ਕਿਹਨਾਂ ਨੂੰ? ਜਿਨ੍ਹਾਂ ਪ੍ਰੇਮ ਵਿਛੋ, ਜਿਨ੍ਹਾਂ ਦੇ ਅੰਦਰ ਪ੍ਰੇਮ ਹੀ ਨਹੀਂ ਹੈ।
ਪ੍ਰੇਮ ਤੋਂ ਵਿਛੋਹ ਵਿਛੋੜਾ ਹੈ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ। ਪ੍ਰੇਮ ਤੋਂ ਬਿਨਾ ਕੁਛ ਵੀ ਨਹੀਂ। ਜਿੱਥੇ ਪ੍ਰੇਮ ਹੈ ਤੇ ਫਿਰ ਹੀ ਉੱਥੇ ਸਾਰਾ ਆਨੰਦ ਪ੍ਰਾਪਤ ਹੁੰਦਾ ਹੈ। ਜੇ ਪ੍ਰੇਮ ਨਹੀਂ, ਜੋ ਮਰਜ਼ੀ ਕਰੀ ਜਾਵੇ ਸਭ ਖਾਲੀ ਹੈ, ਫੋਕਟ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੱਸਦੇ ਨੇ, ਹਰ ਸਾਜਨ ਪੁਰਖ ਵਿਸਾਰ ਕੇ। ਉਹ ਹਰੀ ਜਿਹੜਾ ਸੱਜਣ ਹੈ। ਸੱਜਣ ਕਿਹਨੂੰ ਕਹਿੰਦੇ ਆ? ਆਪਣੀ ਬੋਲੀ ਤਾਂ ਆਪਾਂ ਕਹਿੰਦੇ ਮਿੱਤਰ, ਸੱਜਣ ਮਿੱਤਰ। ਵਾਸਤਵ ਦੇ ਵਿੱਚ ਸਾਜਨ ਕਹਿੰਦੇ ਨੇ ਉਹ ਜਿਹੜਾ ਦੋਨਾਂ ਲੋਕਾਂ ਦੇ ਵਿੱਚ ਰੱਖਿਆ ਕਰ ਸਕੇ। ਇੱਕ ਪਰਮੇਸ਼ਰ ਤੋਂ ਬਿਨਾਂ ਐਸਾ ਸੱਜਣ ਕੋਈ ਨਹੀਂ। ਇਸ ਕਰਕੇ ਹਰ ਸਾਜਨ ਪੁਰਖ ਕੇ ਪੁਆਦ ਕਿਨਾਰਕਾਂ ਤੋਂ ਰੱਖ ਲੈਣ ਵਾਲਾ ਹਰੀ ਸੱਜਣ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਕੇ ਧੋਖਾ ਦੇਣ ਵਾਲੀ ਮਾਇਆ ਦੇ ਵਿੱਚ ਲੱਗੀ ਹੋਈ ਹੈ। ਪੁੱਤਰ ਕਲਤਰ ਨ ਸੰਗੇ ਧਨਾ ਹਰ ਅਵਿਨਾਸੀ ਓਹ। ਗੁਰੂ ਪਾਤਸ਼ਾਹ ਜੀ ਯਾਦ ਕਰਾਉਂਦੇ ਨੇ ਪੰਚਮ ਪਾਤਸ਼ਾਹ ਭਾਈ ਸੰਗ ਨਾਲ। ਸੰਗ ਦਾ ਅਰਥ ਹੁੰਦਾ ਨਾਲ ਰਹਿਣ ਵਾਲਾ। ਮਹਾਰਾਜ ਕਹਿੰਦੇ ਨਾ ਤੇ ਪੁੱਤਰ ਨੇ ਸੰਗ ਸਾਥ ਨਿਭਾਉਣਾ ਹੈ, ਨਾ ਕਲਤਰ ਘਰ ਵਾਲੀ ਨੂੰ ਕਹਿੰਦੇ ਆ, ਜਿਹਨੂੰ ਅਰਧੰਗੀ ਕਹਿੰਦਾ ਹੈ, ਤੇ ਨਾ ਇਹਨੇ ਸਾਥ ਨਿਭਾਉਣਾ ਕਦੇ। ਨਾ ਸੰਗ ਧਨਾ, ਧਨ ਜੀ ਦੀ ਖਾਤਰ ਬੁਰੇ ਕਰਮ ਵੀ ਕਰਦਾ, ਪਾਪ ਕਰਮ ਵੀ ਕਰਦਾ। ਇੱਥੋਂ ਤੱਕ ਕਿ ਧਰਮ ਨੂੰ ਵੀ ਵੇਚ ਕੇ ਖਾਣ ਤੋਂ ਗੁਰੇਜ਼ ਨਹੀਂ ਕਰਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਧਨ ਵੀ ਨਾਲ ਨਹੀਂ, ਨਾ ਸੰਗ ਨਾਲ ਨਹੀਂ ਰਹਿਣਾ। ਫਿਰ ਨਾਲ ਕੌਣ ਹੈ? ਨਾ ਪੁੱਤਰ, ਨਾ ਘਰਵਾਲੀ, ਨਾ ਧਨ ਆਦਿਕ। ਵਿਦਵਾਨਾਂ ਆਖੇ ਕਿ ਹੋਰ ਕੁਝ ਵੀ ਸਾਥ ਨਿਭਾਉਣ ਵਾਲਾ ਨਹੀਂ। ਤੇ ਇੱਕ ਮਿੱਤਰ ਕੌਣ ਨੇ? ਸਾਥ ਨਿਭਾਉਣ ਵਾਲੇ ਉਹ ਕਰਮ ਹਨ। ਕਰਮ ਮਿੱਤਰ ਨੇ ਇਹ ਸਾਥ ਨਿਭਾਉਂਦੇ ਨੇ, ਹੁਣ ਚਾਹੇ ਬੁਰੇ ਚਾਹੇ ਚੰਗੇ। ਕੰਮ ਬੁਰੇ ਵੀ ਸਾਥ ਨਿਭਾਉਂਦੇ ਐ ਟਿਕਾਣੇ ਤੇ ਲਿਜਾ ਕੇ ਵਜਾਉਂਦੇ, ਅਤੇ ਜਿਹੜੇ ਸ਼ੁਭ ਕਰਮ ਨੇ ਉਹ ਵੀ ਸਾਥ ਨਿਭਾਉਂਦੇ ਆ, ਉਹ ਵੀ ਸੰਗ ਨੇ ਨਾਲ ਨੇ। ਹਮੇਸ਼ਾ ਵਾਸਤੇ ਸ਼ੁਭ ਕਰਮ ਸਾਥ ਨਿਭਾਉਂਦੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਹਰ ਅਵਨਾਸੀ ਉਹ, ਸੰਗ ਰਹਿਣ ਵਾਲਾ ਤਾਂ ਉਹ ਵਾਹਿਗੁਰੂ ਹੈ ਜੋ ਅਵਨਾਸੀ ਹੈ, ਵਿਨਾਸ਼ ਸੇ ਰਹਿਤ ਹੈ। ਆ ਰਹਿਤ ਜਿਹਦਾ ਕਦੇ ਵਿਨਾਸ਼ ਨਹੀਂ ਹੋਇਆ। ਨਹੀਂ ਬਾਕੀ ਤੇ ਅੰਡ ਵਿਨਾਸ਼ੀ ਜੀਵ ਵਿਨਾਸ਼ੀ ਉਤਪਜ ਸੇਤ ਬਨਾਦਾ। ਚਾਰੇ ਖਾਣੀਆਂ ਹੀ ਨਾਸ਼ਵੰਤ ਹਨ, ਕੋਈ ਵੀ ਹੋਵੇ। ਚਾਰ ਖਾਣੀਆਂ ਚੋਂ ਸਭ ਦਾ ਅੰਤ ਹੈ। ਇੱਥੋਂ ਤੱਕ ਸਤਿਗੁਰੂ ਪਾਤਸ਼ਾਹ ਜੀ ਨੇ ਤੇ ਫਰਮਾਨ ਕਰ ਦਿੱਤਾ। ਮਹਾਰਾਜ ਕਹਿੰਦੇ ਭਾਈ ਜਿਤੇ ਰਾਮ ਹੋਏ ਸਭੇ ਅੰਤ ਮੋਏ, ਜਿਤੇ ਕ੍ਰਿਸ਼ਨ ਹੋਇਆ ਹੈ ਸਭੇ ਅੰਤ ਜੈ ਹੈ। ਭਾਵ ਜਿੰਨੇ ਵੀ ਅਵਤਾਰ ਆਏ ਇਸ ਧਰਤੀ ਦੇ ਉੱਤੇ ਉਹ ਸਭ ਦਾ ਅੰਤ ਹੋਇਆ ਸਰੀਰ, ਕੋਈ ਨਹੀਂ ਰਿਹਾ ਦੁਨੀਆ ਦੇ। ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਸ਼ਲੋਕ ਆਪਾਂ ਹਮੇਸ਼ਾ ਭੋਗਦੇ ਸਮੇਂ ਤੇ ਪੜ੍ਹਦੇ ਹਾਂ, ਸੁਣਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਮਹਾਰਾਜ ਕਹਿੰਦੇ ਰਾਮ ਵੀ ਚਲੇ ਗਿਆ, ਰਾਵਣ ਵੀ ਚਲੇ ਗਿਆ। ਕਿੱਡਾ ਪਰਿਵਾਰ ਸੀ ਰਾਵਣ ਦਾ। ਗੁਰਬਾਣੀ ਕਹਿੰਦੀ 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਚੰਦ ਸੂਰਜ ਜਾ ਕੇ ਤਪਤ ਰਸੋਈ, ਵੈ ਸੰਤਰ ਜਾ ਕੇ ਕੱਪੜੇ ਧੋਈ। ਏਡਾ ਸ਼ਕਤੀਸ਼ਾਲੀ ਸੀ। ਚੰਦ ਸੂਰਜ ਰਸੋਈਏ ਸਨ ਜਿਸ ਦੇ, ਵੈ ਸੰਤਰ ਅਗਨੀ ਜਿਹਦੇ ਕੱਪੜੇ ਧੋਂਦੀ ਸੀ। ਕੱਪੜੇ ਲਾ ਕੇ ਅੱਗ 'ਚ ਪਾ ਦਿੰਦਾ ਤੇ ਉਹ ਮੈਲ ਕੱਟ ਕੇ ਕੱਢ ਦਿੰਦੀ ਸੀ। ਤੇ ਐਸੇ ਇੰਨਾ ਸ਼ਕਤੀਸ਼ਾਲੀ ਵੀ ਧਰਤੀ ਤੇ ਨਹੀਂ ਰਿਹਾ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ,
ਜਿਹਦਾ ਮਹਾਨ ਪਰਿਵਾਰ ਸੀ ਉਹ ਵੀ ਨਹੀਂ ਰਿਹਾ ਧਰਤੀ ਦੇ ਉੱਤੇ। ਉਹ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਾਂ ਭਾਈ, ਇੱਕ ਅਵਨਾਸ਼ੀ ਹੈ ਉਹ ਹਰ ਹੈ, ਵਾਹਿਗੁਰੂ ਹਰ ਅਵਨਾਸ਼ੀ ਉਹ ਹਰੀ ਹੈ ਜਿਹੜਾ ਅਵਨਾਸ਼ੀ ਹੈ, ਨਾਸ਼ ਤੋਂ ਰਹਿਤ ਹੈ। ਉਹਦੇ ਨਾਲ ਵੀ ਪ੍ਰੇਮ ਦਾ ਵਿਛੋੜਾ ਪਾ ਲਿਆ ਤੇ ਫਿਰ ਰੱਖੇਗਾ ਕਿਹਦੇ ਨਾਲ? ਪਾਲਚ ਸਗਲੀ ਮੋਈ, ਝੂਠਾ ਧੰਦਾ ਮੋਹ। ਪਲਚ ਸਗਲੀ ਮੋਈ। ਪਲਚ ਦਾ ਅਰਥ ਹੁੰਦਾ ਹੈ ਪਚੀ ਹੋ ਕੇ, ਖੱਪ ਕੇ। ਜਿਹੜਾ ਚੰਗੀ ਤਰ੍ਹਾਂ ਗਲ ਜਾਵੇ ਉਹਨੂੰ ਕਹਿੰਦੇ ਪਚ ਗਿਆ। ਜਿਹੜਾ ਅਸੀਂ ਭੋਜਨ ਛਕਦੇ ਹਾਂ ਚਿੱਤ ਕੇ ਅੰਦਰ ਲਿਜਾਂਦੇ ਹਾਂ, ਪਰ ਹਜਮ ਨਾ ਹੋਵੇ, ਕਹਿੰਦੇ ਹਜਮ ਨਹੀਂ ਹੋਇਆ। ਜੇ ਹਜਮ ਪੂਰੀ ਤਰ੍ਹਾਂ ਹੋ ਜਾਵੇ ਫਿਰ ਕਹੀਦਾ ਵੀ ਪਚ ਗਿਆ। ਇਸ ਤਰ੍ਹਾਂ ਪਚ ਦਾ ਅਰਥ ਪਚੀ ਹੋ ਕੇ, ਖੱਪ ਕੇ। ਇੱਕ ਮਾਂ ਦਾਸ ਦੇ ਵਿਦਿਆ ਦਾ ਤੇ ਸੁਣਾਉਂਦੇ ਹੁੰਦੇ ਸਨ, ਕਹਿੰਦੇ ਖੋਦ ਕੇ ਮੂਸਾ ਮਰ ਗਿਆ, ਮੌਜ ਲਈ ਭੌਜੰਗੀ ਨੇ। ਸੰਚ ਕੇ ਮਾਲੀ ਮਰ ਗਿਆ, ਮੌਜ ਲਈ ਭੌਰੰਗੇ ਨੇ। ਜੋੜ ਕੇ ਸੂਮ ਮਰ ਗਿਆ, ਮੌਜ ਲਈ ਵਰਤੰਦੇ ਨੇ। ਖੱਪ ਕੇ ਸਭ ਦੁਨੀਆ ਮਰ ਗਈ, ਮੌਜ ਲਈ ਸਤ ਸੰਗੇ ਨੇ। ਕਹਿੰਦੇ ਚੂਹਾ ਫੁੱਟਦਾ ਮਰ ਜਾਂਦਾ ਸਾਰੀ ਉਮਰ, ਪਰ ਸੱਪ ਆ ਕੇ ਘਰ ਬਣਾ ਕੇ ਬਹਿ ਜਾਂਦਾ ਤੇ ਚੂਹੇ ਦਾ ਭੋਗ ਪਾ ਦਿੰਦਾ। ਉਸ ਘਰ ਦਾ, ਉਸ ਪੱਟੀ ਖੁੱਡ ਦਾ ਆਨੰਦ ਸੱਪ ਲੈ ਜਾਂਦਾ। ਮਾਲੀ ਸਿੰਜਦਾ, ਕਦੇ ਪਾਣੀ ਲਾਉਂਦਾ, ਕਦੇ ਉਹਨੂੰ ਖਾਦ ਪਾਉਂਦਾ, ਬੂਟਿਆਂ ਨੂੰ ਕੁਛ ਕਰਦਾ, ਫੁੱਲ ਤਿਆਰ ਕਰਦਾ, ਪਰ ਜਦੋਂ ਫੁੱਲ ਖਿੜਦਾ ਉਹਦੇ ਖਿੜਦੇ ਦੀ ਸੁਗੰਧੀ ਭੌਰਾ ਲੈ ਜਾਂਦਾ ਆ ਕੇ, ਸਾਰਾ ਹੀ ਆਨੰਦ ਲੈ ਗਿਆ ਉਹਦਾ ਭੌਰਾ। ਇਸੇ ਤਰ੍ਹਾਂ ਹੀ ਸੋਮ ਪੁਰਸ਼ ਸਾਰੀ ਜ਼ਿੰਦਗੀ ਪੈਸਾ ਖਰਚਦਾ ਨਹੀਂ, ਖਰਚਣਾ ਨਹੀਂ, ਜੋੜਨੇ ਹੈ। ਜੋੜੀ ਜਾਂਦਾ, ਪਰ ਗਾਂ ਵਾਲਾ ਜਿਹੜਾ ਵਰਤਣ ਵਾਲਾ ਹੁੰਦਾ ਉਹਦੇ ਜੋੜਿਆ ਹੋਇਆਂ ਦਾ ਵਰਤਣ ਵਾਲਾ ਆਨੰਦ ਲੈ ਜਾਂਦਾ। ਇਸੇ ਤਰ੍ਹਾਂ ਹੀ ਆਖਿਰਕਾਰ ਖੱਪ ਕੇ ਸਭ ਦੁਨੀਆ ਮਰ ਗਈ। ਸਭ ਦੁਨੀਆ ਸ੍ਰਿਸ਼ਟੀ ਖੱਪ ਕੇ ਪਚ ਕੇ ਮਰ ਰਹੀ ਹੈ, ਪਰ ਮੌਜ ਲਈ ਸਤ ਸੰਗੇ ਨੇ। ਜਿਨ੍ਹਾਂ ਨੇ ਸਤ ਸੰਗਤ ਕੀਤੀ ਹੈ ਉਹਨਾਂ ਨੇ ਆਨੰਦ ਮਾਣਿਆ ਹੈ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਪੰਚ ਸਗਲੇ ਮੋਈ। ਸਭ ਦੁਨੀਆ ਖੱਪ ਕੇ ਮਰ ਗਈ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਾਹਦੇ ਚ? ਝੂਠਾ ਧੰਦਾ ਮੋਹ। ਝੂਠੇ ਧੰਦਿਆਂ ਦੇ ਨਾਲ ਤੰ ਭਲੀ ਪ੍ਰਕਾਰ ਤਹਿ ਤੌੜ ਜੋੜ ਜਾਣ ਵਾਲਾ ਕੰਮ ਨਾ ਆਵੇ, ਦੂਰ ਹੋ ਜਾਵੇ, ਉਹਨਾਂ ਚ ਮੋਹ ਰੱਖਦੀ ਮਰ ਗਈ ਹੈ। ਇੱਕ ਸੁਹਰ ਕੇ ਨਾਮ ਬਿਨ, ਅੱਗਾ ਲਈਆ ਹੈ ਖੋਹ। ਇੱਕ ਸਹਰ ਕੇ ਨਾਮ ਬਿਨ, ਇੱਕੋ ਇੱਕ ਜੋ ਵਾਹਿਗੁਰੂ ਪਰਮੇਸ਼ਰ ਹੈ, ਪਿੱਛੇ ਵੀ ਸੀ ਹੁਣ ਵੀ ਹੈ, ਉਹ ਇੱਕ ਹਰੀ ਦੇ ਵਾਹਿਗੁਰੂ ਦੇ ਨਾਮ ਤੋਂ ਬਿਨਾ ਤਾਂ ਭਾਈ ਆ ਜਿਹੜਾ ਹੋਰ ਕੋਈ ਪੁੰਨ ਦਾਨ ਜੋ ਬੀਜਦੇ ਸਰ ਧਰਮ ਰਾਏ ਕਹਿ ਜਾਹੀ। ਜਿਹੜੇ ਕੋਈ ਲੋਕ ਗੁਰੂ ਵਾਲੇ ਨਹੀਂ ਬਣੇ, ਇਸੇ ਵਿੱਚ ਹੀ ਲੱਗੇ ਵੀ ਅਸੀਂ ਵੀ ਚੰਗੇ ਕੰਮ ਕਰਦੇ ਹਾਂ। ਚੰਗੇ ਕੰਮ ਕਰਨੇ ਮਾੜੇ ਨਹੀਂ, ਪਰ ਇੱਕ ਗੱਲ ਜ਼ਰੂਰ ਹੈ, ਜਦੋਂ ਜੰਮਦੇ ਮਸੂਲੀਏ ਰਸਤੇ ਵਿੱਚ ਪਕੜਦੇ ਨੇ ਨਾ ਤੇ ਭੁੱਖ ਲੱਗਦੀ ਹੈ, ਉਹ ਕਹਿੰਦਾ ਲਿਆ ਜਿਹੜਾ ਲੋਕਾਂ ਨੂੰ ਲੰਗਰ ਛਕਾਇਆ ਸੀ ਉਹਦਾ ਪੁੰਨ ਸਾਨੂੰ ਦੇ ਦੇ, ਤੈਨੂੰ ਪ੍ਰਸ਼ਾਦਾ ਛਕਾ ਦਿੰਦੇ। ਜਿਹੜਾ ਕਿਸੇ ਨੂੰ ਪਾਣੀ ਪਿਆਇਆ ਸੀ ਉਹਦਾ ਪੁੰਨ ਸਾਨੂੰ ਦੇ ਦੇ, ਤੈਨੂੰ ਪਾਣੀ ਪਿਆ ਦਿੰਦੇ। ਉਸ ਲੰਬੇ ਰਸਤੇ ਦੇ ਵਿੱਚ ਨਗੋਰੇ ਪੁਰਸ਼ ਦੇ ਨਾਲ ਐ ਹੁੰਦੀ ਹੈ, ਰਾਹ 'ਚ ਹੀ ਲੁੱਟਿਆ ਜਾਂਦਾ ਹੈ। ਹਾਂ, ਜਿਹੜਾ ਗੁਰੂ ਵਾਲਾ ਹੈ ਉਹਦੇ ਫਿਰ ਪੁੰਨ ਕਰਮ ਕੀਤੇ ਏਕੇ ਨਾਲ ਸਿਫਰਾਂ ਬਣ ਜਾਂਦੀਆਂ। ਆ ਫਿਰ ਇੱਕ ਸਿਫਰ 10 ਗੁਣਾ ਵਧਾਈ ਜਾਂਦੀ ਹੈ। ਉਹ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਅੱਗੇ ਲਈਏ ਖੋਹੇ।
ਭਾਈ ਬਾਕੀ ਤਾਂ ਸਭ ਕੁਝ ਰਾਹ 'ਚ ਹੀ ਅੱਗੇ ਖੋਇਆ ਜਾਂਦਾ ਦਈਓ ਵਿਸਾਰ ਵਿਗੁਚਣਾ ਪ੍ਰਭ ਬਿਨ ਹੋਰ ਨ ਕੋਈ। ਹਾਂਜੀ, ਦਈਓ ਵਿਸਾਰ ਵਿਗੁਚਣਾ, ਦਈਓ ਨਾਮ ਹੈ ਪ੍ਰੇਰਕ ਦਾ, ਉਸ ਨੂੰ ਵਿਸਾਰ ਕੇ ਭੁਲਾ ਕੇ ਵਿਗੁਚਣਾ ਕਿ ਇਹ ਖਰਾਬ ਹੀ ਹੁੰਦਾ ਹੈ। ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾ ਤਾਂ ਪ੍ਰਭ ਬਿਨ ਹੋਰ ਨਾ ਕੋਈ, ਉਸ ਤੋਂ ਬਿਨਾ ਹੋਰ ਕੋਈ ਸਹਾਇਕ ਨਹੀਂ ਹੈ ਜੀ। ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋ। ਹਾਂਜੀ, ਪ੍ਰੀਤਮ ਚਰਣੀ ਜੋ ਲੱਗੇ, ਜੋ ਪ੍ਰੀਤਮ ਪਿਆਰੇ ਵਾਹਿਗੁਰੂ ਦੇ ਚਰਣੀ ਲੱਗ ਗਏ ਨਾਮ ਬਾਣੀ ਦੇ ਨਾਲ, ਤਿਨ ਕੀ ਨਿਰਮਲ ਸੋਏ। ਸੋਏ ਨਾਮ ਹੁੰਦਾ ਕਣਸੋ, ਮਤਲਬ ਸੋਭਾ। ਉਹਨਾਂ ਗੁਰਮੁਖ ਜਨਾਂ ਦੀ ਉੱਜਲ ਸੋਭਾ ਹੁੰਦੀ ਹੈ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋ। ਪੰਚਮ ਪਾਤਸ਼ਾਹ ਉਚਾਰਨ ਕਰਦੇ ਨੇ, ਹੇ ਮੇਰੇ ਪ੍ਰਭ ਵਾਹਿਗੁਰੂ ਪਰਮੇਸ਼ਰ, ਮੇਰੀ ਬੇਨਤੀ ਹੈ ਪ੍ਰਭ ਮਿਲੋ ਪ੍ਰਾਪਤ ਹੋਏ। ਹੇ ਪ੍ਰਭੂ, ਜਿਨ੍ਹਾਂ ਨੂੰ ਤੂੰ ਪ੍ਰਾਪਤ ਹੋਏ ਉਹਨਾਂ ਦੁਆਰਾ ਪ੍ਰਭ ਜੀ ਮੈਨੂੰ ਵੀ ਮਿਲੋ, ਇਹ ਕਿਰਪਾ ਕਰੋ। ਉਹਨਾਂ ਦੁਆਰਾ ਸਾਨੂੰ ਵੀ ਮਿਲਣਾ ਕਰੋ ਜੀ। ਪੈਸਾਖ ਸੁਹਾਵਾ ਤਾਂ ਲੱਗਾ ਜਾ ਸੰਤ ਭੇਟੈ ਹਰਿ ਸੋਇ। ਵਿਸਾਖ ਦੇ ਮਹੀਨੇ ਦੁਆਰਾ ਉਚਾਰਨ ਕਰਦੇ ਨੇ, ਫਿਰ ਭਾਈ ਵਿਸਾਖ ਦਾ ਮਹੀਨਾ ਤਾਂ ਸੋਭਾ ਵਾਲਾ ਲੱਗਦਾ ਜਾਂ ਸੰਤ ਭੇਟੈ ਹਰਿ ਸੋਏ। ਉਹ ਹਰੀ ਵਾਹਿਗੁਰੂ ਨਾਲ ਮਿਲਾਉਣ ਵਾਲਾ ਸੰਤ ਮਹਾਂਪੁਰਖ ਨੂੰ ਵੀ ਕਹੇ, ਸੰਤ ਗੁਰੂ ਨੂੰ ਵੀ ਕਹੇ। ਭਾਈ ਜਦੋਂ ਸੰਤ ਗੁਰੂ ਮਿਲ ਜਾਵੇ ਤੇ ਫਿਰ ਗੁਰੂ ਦੀ ਕਿਰਪਾ ਦੁਆਰਾ ਹਰ ਸੋਏ ਉਸ ਹਰੀ ਦੇ ਨਾਲ ਮਿਲ ਜਾਈਦਾ ਹੈ। ਗੁਰੂ ਕਿਰਪਾ ਕਰਨ ਐਸੇ ਪਾਵਨ ਪਵਿੱਤਰ ਉਪਦੇਸ਼ ਜਾਂ ਸੰਤ ਭੇਟੈ ਹਰ ਸੋਏ। ਉਸ ਹਰੀ ਦੇ ਸੰਤ ਸ਼ਾਂਤ ਆਤਮਾ ਗੁਰਮੁਖ ਮਹਾਂਪੁਰਖ ਜਨ ਮਿਲ ਜਾਣ ਤੇ ਫਿਰ ਉਹ ਸਿੱਖਿਆ ਦਿੰਦੇ ਨੇ, ਭਾਈ ਗੁਰੂ ਬਿਨਾਂ ਗਤ ਨਹੀਂ ਹੋਣੀ। ਫਿਰ ਗੁਰੂ ਵਾਲੇ ਬਣ ਕੇ ਵਿਸਾਖ ਦਾ ਮਹੀਨਾ ਸਫਲਾ ਹੁੰਦਾ ਹੈ। ਗੁਰੂ ਕਿਰਪਾ ਕਰਨ ਐਸੇ ਉਪਦੇਸ਼ ਆਪਣੇ ਸਾਰਿਆਂ ਦੇ ਮਨਾਂ ਤਨਾਂ ਚ ਵਸਣ, ਕ੍ਰਿਤ ਕ੍ਰਿਤ ਹੋਈਏ। ਕਈ ਪ੍ਰਕਾਰ ਦੀਆਂ ਭੁੱਲਾਂ ਆਪ ਸਭ ਸੰਗਤ ਨੇ ਨਾ ਚਿਤਾਰਦਿਆਂ ਹੋਇਆਂ ਖਿਮਾ ਕਰਨੀਆਂ ਜੀ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰਿ ਸੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।